ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਾਸ ਬਲਿਹਾਰ ਸਿੰਘ ਰਾਮੇਵਾਲ ਹਰ ਹਫਤੇ ਦੀ ਤਰ੍ਹਾਂ ਸਿੱਖ ਚੈਨਲ ਦੇ ਜਰੀਏ ਤੁਹਾਡਾ ਆਪਣਾ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਅੱਜ ਫਿਰ ਹਾਜ਼ਰ ਹੋਇਆ। ਗੱਲ ਪੰਜਾਬ ਦੀ ਵਿੱਚ ਅਸੀਂ ਕਿਉਂਕਿ ਦੁਨੀਆ ਦੇ ਕੋਨੇ-ਕੋਨੇ ਤੇ ਵੱਸਦੇ ਨੇ ਪੰਜਾਬੀ ਤੇ ਹਰ ਇੱਕ ਪੰਜਾਬੀਆਂ ਨੂੰ ਚਾਹੇ ਦੁਨੀਆ ਦੇ ਕਿਸੇ ਗਰੀਬ ਤੋਂ ਗਰੀਬ ਮੁਲਕ ਵਿੱਚ ਵੀ ਵੱਸਦਾ ਹੋਵੇ ਤੁਹਾਡੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਅਗਰ ਇੱਕ ਦੂਸਰੇ ਨਾਲ ਮੇਲ ਮਿਲਾਪ ਰਹੇਗਾ ਤੇ ਇੱਕ ਦੂਸਰੇ ਦੀਆਂ ਗੱਲਾਂ ਬਾਤਾਂ ਉਸ ਦੇਸ਼ ਦੀਆਂ ਉਸ ਕੰਟਰੀ ਦੀਆਂ ਗਤੀਵਿਧੀਆਂ ਬਾਰੇ ਪਤਾ ਚੱਲਦਾ ਰਹੇਗਾ। ਪਰ ਬਦਕਿਸਮਤੀ ਇਹ ਕਿ ਤੁਹਾਨੂੰ ਪੰਜਾਬ ਦੀ ਧਰਤੀ ਤੇ ਹੀ ਲਿਜਾਣਾ ਪੈਂਦਾ ਹਰ ਹਫ਼ਤੇ, ਕਿਉਂਕਿ ਪੰਜਾਬ ਵਿੱਚ ਹਰ ਆਏ ਦਿਨ ਕੋਈ ਨਾ ਕੋਈ ਗਤੀਵਿਧੀ ਹੁੰਦੀ ਰਹਿੰਦੀ, ਚਾਹੇ ਕਿਸੇ ਪਾਰਟੀ ਦੇ ਖਿਲਾਫ, ਚਾਹੇ ਕਿਸੇ ਪਾਰਟੀ ਦੇ ਖਿਲਾਫ, ਚਾਹੇ ਮੌਜੂਦਾ ਸਰਕਾਰ ਦੇ ਖਿਲਾਫ। ਸੋ ਇਸ ਕਰਕੇ ਅੱਜ ਤੁਹਾਨੂੰ ਅਸੀਂ ਪੰਜਾਬ ਦੀ ਧਰਤੀ ਤੋਂ ਉਹਨਾਂ ਗੱਲਾਂ ਤੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਕਿ ਜੋ ਪੰਜਾਬ ਦੀ ਮੌਜੂਦਾ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਜ਼ਾਮ ਲਾਏ, ਜਾਂ ਪੀਟੀਸੀ ਨੂੰ ਬੰਦ ਕਰਨ ਦੀ ਗੱਲ ਕੀਤੀ, ਜਾਂ ਜੋ ਸੁੱਕੇ ਪ੍ਰਸ਼ਾਦੇ ਜੋ ਲੰਗਰਾਂ 'ਚ ਪ੍ਰਸ਼ਾਦੇ ਬਚ ਜਾਂਦੇ ਉਹਨਾਂ ਦਾ ਭਗਵੰਤ ਮਾਨ ਨੇ ਕਿਹਾ ਕਿ ਕਰੋੜਾਂ ਦਾ ਘਟਾਲਾ ਹੁੰਦਾ, ਕੀ ਉਹਦੇ ਕੋਲ ਪ੍ਰੂਫ ਹਨ ਜਾਂ ਨਹੀਂ ਹਨ। ਇਹ ਆਪਾਂ ਵਿਚਾਰਾਂ ਦੀ ਸਾਂਝ ਵਿੱਚ ਗਾਹਾਂ ਚੱਲਾਂਗੇ ਅਤੇ ਨਾਲ ਦੀ ਨਾਲ ਗੱਲ ਕਰਾਂਗੇ ਕਿ ਜਿੱਥੇ ਕਿਹਾ ਸੀ ਸਰਕਾਰ ਨੇ ਕਿ ਜਦੋਂ ਸਾਡੀ ਸਰਕਾਰ ਬਣ ਗਈ ਤੇ ਅਸੀਂ ਕਿਸੇ ਨੂੰ ਟਾਂਚੀਆਂ ਤੇ ਨਹੀਂ ਚੜ੍ਹਨ ਦੇਵਾਂਗੇ, ਧਰਨੇ ਨਹੀਂ ਲਾਉਣ ਦੇਵਾਂਗੇ, ਆਹ ਨਹੀਂ ਕਰਨ ਦੇਵਾਂਗੇ, ਉਹ ਨਹੀਂ ਕਰਨ ਦੇਵਾਂਗੇ। ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਸੰਗਰੂਰ ਉਹਦੇ ਆਪ ਦੇ ਜ਼ਿਲ੍ਹੇ 'ਚ ਹੀ ਅਧਿਆਪਕਾਂ ਨੂੰ ਵਿੱਚੇ ਲੇਡੀਜ਼ ਵਿੱਚੇ ਮੈਂ ਬੰਦਿਆਂ ਨੂੰ ਕੁੱਟ-ਕੁੱਟ ਕੇ ਕਿਸ ਤਰ੍ਹਾਂ ਛੱਲੀਆਂ ਵਾਂਗੂ ਭੁੰਨ ਦਿੱਤਾ, ਪੱਗਾਂ ਲੱਥ ਗਈਆਂ, ਲੇਕਿਨ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਉਹਦੇ ਲਈ ਵਿਚਾਰਾਂ ਦੀ ਸਾਂਝ ਪਾਵਾਂਗੇ। ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਅੱਜ ਇੰਗਲੈਂਡ ਦੀ ਧਰਤੀ ਤੋਂ ਤੁਹਾਡੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਸਰਦਾਰ ਧਨਵੰਤ ਸਿੰਘ ਜੀ ਬਾੜਾ ਸਾਹਿਬ, ਸਰਦਾਰ ਜਸਵਿੰਦਰ ਸਿੰਘ ਜੀ ਕਾਲਾ ਗੁਰਦੁਆਰਾ ਬਾਬੇ ਕੇ ਅਤੇ ਪੰਜਾਬ ਦੀ ਧਰਤੀ ਤੋਂ ਰਹਿ ਚੁੱਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਜੀ ਪੀਰ ਮੁਹੰਮਦ ਜੁੜੇ ਨੇ। ਮੈਂ ਤਿੰਨਾਂ ਹੀ ਵੀਰਾਂ ਨੂੰ ਸਿੱਖ ਚੈਨਲ ਦੇ ਸਟੂਡੀਓ ਰਾਹੀਂ ਗੱਲ ਪੰਜਾਬ ਦੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਾੜਾ ਸਾਹਿਬ ਪਹਿਲਾਂ ਤੁਹਾਡੇ ਤੋਂ ਸ਼ੁਰੂ ਕਰਾਂਗਾ। ਆਪਾਂ ਮੁੱਦੇ ਬਾਰੇ ਮੁੱਦੇ ਦੀ ਗੱਲ ਕਰਨੀ ਆ। ਮੈਂ ਇੱਕ ਬੇਨਤੀ ਤੁਹਾਨੂੰ ਤਿੰਨਾਂ ਭਰਾਵਾਂ ਨੂੰ ਕਰਦਾ ਜਾਵਾਂ, ਅਗਰ ਇੱਕ ਭਰਾ ਬੋਲਦਾ ਦੂਸਰਾ ਵਿੱਚ ਕਿੰਤੂ ਪਰੰਤੂ ਨਾ ਕਰੇ। ਐਂਡ ਤੀਸਰੀ ਗੱਲ, ਜਦੋਂ ਆਪਾਂ ਆਪਣੀ ਗੱਲ ਕਰ ਲਈ, ਅਗਰ ਦੂਸਰਾ ਬੰਦਾ, ਕਿਉਂਕਿ ਆਪੋ ਆਪਣੇ ਵਿਚਾਰ ਆ, ਤੁਹਾਡੇ ਆਪਣੇ ਵਿਚਾਰ, ਕਾਲੇ ਭਾ ਦੇ ਆਪਣੇ ਵਿਚਾਰ, ਪੀਰ ਮੁਹੰਮਦ ਸਾਹਿਬ ਦੇ ਆਪਣੇ ਵਿਚਾਰ, ਤੁਸੀਂ ਆਪੋ ਆਪਣੇ ਵਿਚਾਰ ਦੇਣੇ ਆ, ਲੇਕਿਨ ਆਪਾਂ ਕਿਸੇ ਨੂੰ ਆਪਣੇ ਵਿਚਾਰ ਅਗਲੇ ਤੇ ਠੋਸ ਨਹੀਂ ਸਕਦੇ। ਇਸ ਕਰਕੇ ਆਪਾਂ ਦੂਸਰੇ ਦੀ ਗੱਲ ਵਿੱਚ ਕਿੰਤੂ ਪਰੰਤੂ ਨਹੀਂ ਕਰਨਾ ਪਲੀਜ਼। ਹਾਂਜੀ ਬਾੜਾ ਸਾਹਿਬ। ਪਹਿਲੇ ਤਾਂ ਮੈਂ ਆਪ ਜੀ ਦੀ ਪੂਰੀ ਟੀਮ ਵੱਲੋਂ ਸਿੱਖ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਸਿੱਖ ਚੈਨਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਥੋੜੇ ਦਿਨਾਂ ਤੋਂ ਮਤਲਬ ਜਿਹੜਾ ਬਾਣੀ ਦਾ ਪ੍ਰਸਾਰਨ ਦੀ ਗੱਲ ਦੇ ਵਿੱਚ ਮੁੱਦਾ ਚੱਲਿਆ ਹੋਇਆ ਹੈ ਨਾ, ਉਸ ਤੇ ਗੱਲ ਕਰਦੇ ਹਾਂ ਕਿ ਇਸ ਵਿਸ਼ੇ ਤੇ ਤਕਰੀਬਨ ਸਾਰੇ ਹੀ ਸਰੋਤੇ ਦਰਸ਼ਕ ਸਾਰੇ ਹੀ ਮਤਲਬ ਚਿੰਤਾ ਜ਼ਾਹਰ ਕਰ ਰਹੇ ਨੇ। ਕਿਉਂਕਿ ਪਹਿਲੀ ਗੱਲ ਤੇ ਮੈਂ ਇਹ ਕਹਾਂ ਕਿ ਵੀ ਜਿਹੜੀ ਭਗਵੰਤ ਮਾਨ ਨੇ ਜਾਂ ਕਿਸੇ ਵੀ ਸਰਕਾਰ, ਕੋਈ ਵੀ ਸਰਕਾਰ ਆਵੇ ਜਾਂ ਆਯੂ ਸਰਕਾਰ, ਇਹ ਇਸ ਮੁੱਦੇ ਦੇ ਉੱਪਰ ਦਖਲ ਅੰਦਾਜ਼ੀ ਧਾਰਮਿਕ ਮੁੱਦੇ ਤੇ ਮਤਲਬ ਧਾਰਮਿਕ ਸੰਸਥਾ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਕਰਨੀ ਚਾਹੀਦੀ ਨਹੀਂ, ਇਸ ਚੀਜ਼ ਦੀ ਆਪਾਂ ਨਿਖੇਧੀ ਕਰਦੇ ਹਾਂ। ਪਰ ਚੀਜ਼ ਇਹ ਆ ਕਿ ਦੇਖਣ ਦਾ ਗੱਲ ਇਹ ਆ ਕਿ ਇਹ ਕਿਉਂ ਕਰਨੀ ਪਈ। ਕਿਉਂਕਿ ਜਦੋਂ ਇਹ ਕੁੜੀਆਂ ਦੇ ਸ਼ੋਸ਼ਣ ਬਾਰੇ ਪੀਟੀਸੀ ਤੇ ਗੱਲ ਚੱਲੀ ਸੀਗੀ, ਉਦੋਂ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ ਜੀ ਅਸੀਂ ਆਪਣਾ ਚੈਨਲ ਚਲਾਵਾਂਗੇ। ਉਹ ਆਦੇਸ਼ ਹੁਕਮ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਥੋੜੇ ਦਿਨਾਂ ਦੇ ਵਿੱਚ ਅਸੀਂ ਆਪਣਾ ਇਹ ਚੈਨਲ ਚਲਾਵਾਂਗੇ। ਪਰ ਉਸ ਚੈਨਲ ਦੇ ਉੱਪਰ ਕੋਈ ਗੱਲਬਾਤ ਨਹੀਂ, ਉਸ ਚੈਨਲ ਦੀ ਗੱਲਬਾਤ ਚੱਲੀ ਨਹੀਂ ਹੁਣ ਤੱਕ ਦੇ ਰੌਲੇ ਦੇ ਹਿਸਾਬ ਨਾਲ, ਜਿਸ ਦੇ ਕਾਰਨ ਭਗਵੰਤ ਮਾਨ ਉਹਨਾਂ ਦੀ ਸਰਕਾਰ ਨੂੰ ਇਸ ਚੀਜ਼ ਤੇ ਮੁੱਦਾ ਉਠਾਉਣਾ ਪੈ ਗਿਆ। ਹਾਂਜੀ, ਮੈਂ ਇਹ ਕਹਾਂਗਾ ਕਿ ਇਹ ਮੁੱਦੇ ਤੇ ਆਪ ਵਿਚਾਰ ਕਰਨੀ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ, ਸਾਰਿਆਂ ਨੂੰ, ਹਾਂਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ,
ਕਿ ਇਹ ਚੀਜ਼ ਦਾ ਮੁੱਦਾ ਕਿਉਂ ਉੱਠਿਆ, ਕਿਉਂਕਿ ਅੱਜ ਇਹ ਸਰਕਾਰ ਨੇ ਵਿੱਚ ਦਖਲਅੰਦਾਜ਼ੀ ਕੀਤੀ, ਭਾਵੇਂ ਇਹ ਚੰਗੇ ਕੰਮ ਲਈ ਕੀਤੀ, ਪਰ ਆਉਣ ਵਾਲੇ ਕਿਸੇ ਵੀ ਟਾਈਮ ਤੇ ਕੋਈ ਟੁੱਟੀ ਭੱਜੀ ਸਰਕਾਰ ਆਵੇ, ਮਿਕਸ ਸਰਕਾਰ ਆਵੇ, ਸਿੱਖਾਂ ਦੇ ਵਿਰੋਧੀ ਸਰਕਾਰ ਆਵੇ, ਤਾਂ ਉਹ ਮਤਲਬ ਦਖਲਅੰਦਾਜ਼ੀ ਕਰੇਗੀ। ਤਾਂ ਫਿਰ ਉਸ ਇਹ ਮੁੱਦਾ ਜੇ ਪਾਸ ਹੋ ਗਿਆ ਜਾਂ ਇਹ ਮੁੱਦੇ ਨੂੰ ਅਸੀਂ ਅਗਾਂਹ ਤੋਰਿਆ ਤੇ ਇਹ ਸਾਡੇ ਲਈ ਘਾਤਕ ਆਵੇਗਾ। ਸੋ ਮਤਲਬ ਇਸ ਮੁੱਦੇ ਤੇ ਉੱਪਰ ਤੇ ਮੈਂ ਪਹਿਲਾਂ ਤੇ ਨਿਖੇਧੀ ਕਰਦਾ। ਬਾਕੀ ਜਿਹੜੀ ਚੀਜ਼ ਇਹ ਆ ਕਿ ਜਦੋਂ ਆਪਾਂ ਜਥੇਦਾਰ ਉਹਨਾਂ ਦੀ ਗੱਲ ਕਹੀਓ ਆਪਾਂ ਨਹੀਂ ਮੰਨੀ ਸ਼੍ਰੋਮਣੀ ਕਮੇਟੀ ਨੇ, ਤਾਂ ਫਿਰ ਉਹ ਉਸ ਚੀਜ਼ ਨੂੰ ਜਿਹੜੀ ਗੱਲ ਆ ਉਸ ਚੀਜ਼ ਨੂੰ ਫਿਰ ਸੰਗਤ ਜਾਂ ਬਾਕੀ ਸਿੱਖ ਸੰਗਤਾਂ ਕਿੱਦਾਂ ਮੰਨਣਗੀਆਂ ਅਕਾਲ ਤਖਤ ਦੇ ਹੁਕਮਨਾਮੇ ਨੂੰ, ਜਦੋਂ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਇਸ ਚੀਜ਼ ਨੂੰ ਮੰਨਿਆ। ਜਿਹੜੀਆਂ ਗੱਲਾਂ ਇਸ ਗੱਲ ਦੇ ਉੱਤੇ ਹੋ ਰਹੀਆਂ, ਮੈਂ ਤੇ ਕਹਾਂਗਾ ਅੱਗੇ ਵੀ ਹਮੇਸ਼ਾ ਕਹਿੰਦੇ ਆ ਰਹੇ ਹਾਂ ਕਿ ਜਦੋਂ ਰਾਜਨੀਤੀ ਧਰਮ ਦੇ ਵਿੱਚ ਦਖਲ ਅੰਦਾਜ਼ੀ ਕਰਨ ਲੱਗ ਪਵੇ ਫਿਰ ਉਹ ਧਰਮ ਨੂੰ ਠੇਸ ਤੇ ਲੱਗਦੀ ਆ ਜੀ, ਹਨਾ। ਕਿਉਂਕਿ ਜੇ ਕਹੀਏ ਸਰਕਾਰ ਨੇ ਕੀਤੀ ਆ, ਪਰ ਲੇਕਿਨ ਜੇ ਦੂਏ ਪਾਸੇ ਗੱਲ ਕਰੀਏ ਕਿ ਅਕਾਲੀ ਸਰਕਾਰ ਨੇ ਵੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੋਈ ਆ, ਕਿਉਂਕਿ ਪੀਟੀਸੀ ਚੈਨਲ ਜਿਹੜਾ ਆ ਇੱਕ ਬੰਦੇ ਦਾ ਚੈਨਲ ਹੋਰ ਕਰਕੇ ਸਾਰਿਆਂ ਨੇ ਇਸ ਚੀਜ਼ ਦੀ ਮਤਲਬ ਪੈਰਵਾਈ ਕੀਤੀ ਆ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਲਬ ਪੀਟੀਸੀ ਚੈਨਲ ਹੋਵੇ, ਮਤਲਬ ਉਸ ਤੇ ਕੋਈ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕਰ ਰਹੇ। ਹਾਂ, ਇਹ ਚੀਜ਼ ਜ਼ਰੂਰ ਆ ਕਿ ਜਿੰਨੇ ਸਾਲਾਂ ਤੋਂ ਇਹਨਾਂ ਨੇ ਮਤਲਬ ਇਹ ਹੁਣ ਤੱਕ ਦਾ ਕੀਤੇ, ਲੋਕੀ ਸ਼ਲਾਘਾ ਕਰਦੇ ਨੇ, ਲੋਕੀ ਜੁੜਦੇ ਨੇ, ਪਰ ਲੇਕਿਨ ਜਦੋਂ ਹੁਣ ਤੁਸੀਂ ਉਸ ਚੀਜ਼ ਨੂੰ ਆਪਣਾ ਇੱਕ ਬਿਜ਼ਨਸ ਬਣਾ ਕੇ ਆਪਣਾ ਇੱਕ ਪੈਸੇ ਇਕੱਠੇ ਕਰਨ ਦੀ ਸੁਵਿਧਾ ਕਰ ਬਣਾ ਲਈ ਜਾਵੇ, ਫਿਰ ਉਹ ਬਾਣੀ ਨੂੰ ਜਾਣੀ ਵੇਚਿਆ ਜਾ ਸਕਦਾ ਆ, ਵੇਚਿਆ ਜਾ ਰਿਹਾ ਆ। ਜੇ ਕਿਹਾ ਜਾਵੇ ਕਿ ਆਪਾਂ ਚੈਨਲ ਫ੍ਰੀ ਦਾ ਆ, ਫ੍ਰੀ ਦਾ ਚੈਨਲ ਆਪਾਂ ਨੂੰ ਕਿਤੇ ਕਿਤੇ ਇਹ ਮਿਲ ਰਿਹਾ, ਨਹੀਂ ਤਾਂ ਹੁਣ ਉਹ ਪੈਕੇਜ ਦੇ ਵਿੱਚ ਪੀਟੀਸੀ ਚੈਨਲ ਹੁੰਦਾ ਆ, ਉਹ ਪੈਕੇਜ ਲੈਣਾ ਪੈਂਦਾ ਆ। ਪਰ ਲੇਕਿਨ ਬਹੁਤੇ ਅਮਰੀਕਾ, ਕੈਨੇਡਾ, ਹੋਰ ਬਾਹਰਲੀਆਂ ਕੰਟਰੀਆਂ ਦੇ ਵਿੱਚ ਉਹ ਪੈਕੇਜ ਨੂੰ ਲੈਣ ਲਈ ਕਈ ਡਾਲਰ ਦੇਣੇ ਪੈ ਰਹੇ ਨੇ, ਤਾਂ ਉਹ ਪੈਕੇਜ ਲੈ ਕੇ ਸਿਰਫ ਬਜ਼ੁਰਗਾਂ ਦੇ ਜਾਂ ਸਿੱਖ ਪਰਿਵਾਰਾਂ ਦੇ ਵਿੱਚ ਪੀਟੀਸੀ ਚੈਨਲ ਚਲਾਉਣ ਦੇ ਲਈ ਇਹ ਗੱਲ ਚੱਲ ਰਹੀ ਹੈ ਜੀ। ਥੈਂਕ ਯੂ। ਚਲੋ, ਮੈਂ ਰਿਣੀ ਆ ਤੁਹਾਡਾ ਕਿ ਤੁਸੀਂ ਆਪਣੇ ਵਿਚਾਰ ਉੱਤੇ ਪੀਰ ਮੁਹੰਮਦ ਸਾਹਿਬ ਤੋਂ ਪੁੱਛੂੰਗਾ ਕਿ ਪੀਰ ਮੁਹੰਮਦ ਸਾਹਿਬ ਤੁਸੀਂ ਦੱਸੋ ਵੀ ਸ਼੍ਰੋਮਣੀ ਜਥੇਦਾਰ ਸਾਹਿਬ ਨੇ, ਪਹਿਲੀ ਗੱਲ ਤਾਂ ਬੜਾ ਸਾਹਿਬ ਕਲੀਅਰ ਕਰਦਾ, ਹੁਕਮਨਾਮਾ ਨਹੀਂ ਸੀ, ਹੁਕਮਨਾਮਾ ਸਾਹਿਬ ਨਹੀਂ ਸੀ, ਉਤੋਂ ਹੋਇਆ ਇੱਕ ਸੰਦੇਸ਼ ਸੀ, ਸੰਦੇਸ਼ ਵਿੱਚ ਤੇ ਹੁਕਮਨਾਮੇ ਸਾਹਿਬ ਵਿੱਚ ਫਰਕ ਹੁੰਦਾ। ਦੂਸਰੀ ਗੱਲ, ਪੀਰ ਮੁਹੰਮਦ ਸਾਹਿਬ ਜਿੱਥੇ ਧਾਮੀ ਸਾਹਿਬ ਨੇ ਵੀ ਕਿਹਾ, ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਦਾ ਵੀ ਹੋਇਆ ਸੀ ਵੀ ਸੰਦੇਸ਼ ਕਿ ਆਪਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਟੈਲੀਵਿਜ਼ਨ ਸਟੇਸ਼ਨ ਖੋਲ੍ਹਣਾ ਚਾਹੀਦਾ ਤੇ ਉਹਦੇ ਰਾਹੀਂ ਬਾਣੀ ਦਾ ਪ੍ਰਸਾਰ ਕਰਨਾ ਚਾਹੀਦਾ। ਲੇਕਿਨ ਇਹ ਕਿੰਤੂ ਪ੍ਰੰਤੂ ਹੁੰਦੇ ਨੇ। ਪਰ ਇਦੋਂ ਪਹਿਲਾਂ ਵੀ ਸਰਕਾਰਾਂ ਆਈਆਂ, ਚਾਹੇ ਅਕਾਲੀ ਦਲ ਦੀ ਆਈ, ਕਾਂਗਰਸ ਦੀ ਆਈ, ਲੇਕਿਨ ਕਿਸੇ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਹ ਸਰਕਾਰ ਕਿਉਂ ਦਖਲਅੰਦਾਜ਼ੀ ਕਰਦੀ ਤੇ ਇਹਦੇ ਲਈ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਕਰਨਾ ਚਾਹੀਦਾ? ਪੀਰ ਮੁਹੰਮਦ ਸਾਹਿਬ। ਹਾਂ, ਮੈਂ ਇਹ ਗੱਲ ਕਹਿ ਰਿਹਾ ਸੀ ਕਿ ਦੇਖੋ, ਜਿਹੜਾ ਤਾਂ ਪ੍ਰੋਪੋਗੰਡਾ ਹੈ, ਪ੍ਰੋਪੋਗੰਡਾ ਇੱਕ ਆਪਣੇ ਆਪ ਦੇ ਵਿੱਚ ਉਹ ਆਪਣੇ ਪੱਧਰ ਦੇ ਉੱਤੇ ਹਰ ਇੱਕ ਨੇ ਕਰਨਾ ਹੁੰਦਾ, ਪਰ ਤੁਸੀਂ ਇੱਕ ਗੱਲ ਨੂੰ ਸਮਝਣ ਦਾ ਯਤਨ ਕਰੋ ਕਿ ਇਹ ਪੀਟੀਸੀ ਦੇ ਉੱਤੇ ਗੁਰਬਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਿਲੇ ਹੋ ਰਹੀ ਹੈ। ਇਹਦੇ ਪੈਰਲਲ ਹੀ ਆਕਾਸ਼ਵਾਣੀ ਜਿਹੜਾ ਹੈ ਦੇਸ਼ ਦਾ, ਇੰਡੀਆ ਦਾ ਜਿਹੜਾ ਸਭ ਵੱਡਾ ਆਪਣੇ ਰੇਡੀਓ ਸਟੇਸ਼ਨ ਹੈ, ਉੱਥੋਂ ਵੀ ਲਗਾਤਾਰ 1984 ਤੋਂ ਲੈ ਕੇ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਉਸ ਤੋਂ ਤੁਰੰਤ ਬਾਅਦ 7 ਜਾਂ 8 ਜੂਨ ਨੂੰ 1984 ਨੂੰ ਆਕਾਸ਼ਬਾਣੀ ਤੋਂ ਜਿਹੜਾ ਕੀਰਤਨ ਹੈ ਉਹ ਰਿਲੇ ਹੋਣਾ ਸ਼ੁਰੂ ਹੋਇਆ, ਲਗਾਤਾਰ ਰਿਲੇ ਹੋ ਰਿਹਾ ਅੱਜ ਤੱਕ। ਤੇ ਇਸੇ ਤਰ੍ਹਾਂ ਜਿਹੜਾ ਦਿੱਲੀ ਦਾ ਗੁਰਦੁਆਰਾ ਬੰਗਲਾ ਸਾਹਿਬ ਹੈ, ਬਹੁਤ ਇਤਿਹਾਸਿਕ ਸਥਾਨ ਹੈ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ, ਔਰ ਉੱਥੋਂ ਟਾਈਮ ਟੀਵੀ ਚੜ੍ਹਦੀ ਕਲਾ ਉਹ ਪ੍ਰਸਾਰਣ ਕਰ ਰਿਹਾ। ਇਸੇ ਤਰ੍ਹਾਂ ABP ਸਾਂਝਾ ਜਿਹੜਾ ਹੈ ਉਹ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਆਪਣਾ ਰਿਲੇ ਕਰ ਰਿਹਾ। ਇਸੇ ਤਰ੍ਹਾਂ ਹਜੂਰ ਸਾਹਿਬ ਤੋਂ ਗੁਰਬਾਣੀ ਕੀਰਤਨ ਜਾਂ ਉੱਥੋਂ ਵੀ ਆਪਣਾ ਇੱਕ TV ਚੈਨਲ ਜਿਹੜਾ ਉੱਥੋਂ ਰਿਲੇ ਕਰ ਰਿਹਾ। ਸੋ ਇੱਕ ਜਿਹੜਾ ਮੁੱਦਾ ਬਣਾਉਣਾ ਕਿ ਪਰਟੀਕੂਲਰ ਜੀ ਇੱਕ PTC ਕਰ ਰਿਹਾ ਜੀ, ਜਾਂ ਮੇਨ ਗੱਲ ਇਹ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਕੀਰਤਨ ਹੈ ਬਿਨਾਂ ਰੋਕ ਟੋਕ, ਬਿਨਾਂ ਆਪਣੇ ਕਿਸੇ ਐਡ ਤੋਂ
ਕਿਉਂਕਿ ਤੁਸੀਂ ਇਹ ਦੇਖਿਆ ਹੋਵੇਗਾ YouTube ਦੇ ਉੱਤੇ ਜਾ ਕੇ ਮੇਰੇ ਸੱਜਣ ਨਾਲ ਬੈਠੇ ਇਹ ਵੀ ਦਰਸ਼ਕ ਵੀ ਔਰ ਤੁਸੀਂ ਵੀ ਆਪਣੇ ਦੇਖੋ ਕਿ ਆਮ ਤੌਰ ਦੇ ਉੱਤੇ ਲਿਖਿਆ ਹੁੰਦਾ ਲਾਈਵ ਗੁਰਬਾਣੀ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਜਦੋਂ ਤੁਸੀਂ ਉਹਨੂੰ ਕਰਦੇ ਹੋ ਔਨ ਤੇ ਅੱਗੇ ਤੁਹਾਨੂੰ ਉਸ ਵੇਲੇ ਪਹਿਲਾਂ ਐਡ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਬਾਣੀ ਦੇ 5 ਬਾਣੀਆਂ ਦਾ ਨਿਤਨੇਮ ਹੈ ਜਾਂ ਸੁਖਮਨੀ ਸਾਹਿਬ ਹੈ ਜਾਂ ਜਿਹੜੇ ਹੋਰ ਗੁਰਬਾਣੀ ਕੀਰਤਨ ਦੇ ਸ਼ਬਦ ਨੇ ਉਹਦੇ ਵਿੱਚ ਹਰ 5-5 7-7 ਮਿੰਟ ਬਾਅਦ ਐਡ ਆਉਂਦੀ ਹੈ। ਸਾਡਾ ਕੀ ਮਸਲਾ ਹੈ? ਅਸੀਂ ਇੱਕੋ ਗੱਲ ਕਹਿੰਦੇ ਆ ਰਹੇ ਹਾਂ ਕਿ ਗੁਰਬਾਣੀ ਕੀਰਤਨ ਨਰੋਲ ਜੋ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਿਲੇ ਹੁੰਦਾ ਹੈ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਡ ਨਹੀਂ ਹੋਣੀ ਚਾਹੀਦੀ ਤੇ ਉਹ ਚੱਲਣਾ ਚਾਹੀਦਾ। ਉਸ ਲਈ ਅੱਜ ਤੱਕ ਵਿਵਾਦ ਤਾਂ ਜ਼ਰੂਰ ਕੀਤਾ ਜਾ ਰਿਹਾ, ਪਰ ਕੋਈ ਇੱਕ TV ਚੈਨਲ ਦੱਸ ਦੇ ਜਿਹਨੇ ਅੱਗੇ ਆਣ ਕੇ ਕਿਸੇ ਓਨਰ ਨੇ ਇਹ ਗੱਲ ਕਹੀ ਹੋਵੇ ਕਿ ਅਸੀਂ ਇਹ ਜਿਹੜਾ ਆਪਣਾ ਗੁਰਬਾਣੀ ਕੀਰਤਨ ਉਹ ਬਿਨਾਂ ਰੋਕ ਟੋਕ ਤੋਂ ਚਲਾਵਾਂਗੇ। ਇਹ ਅੱਜ ਤੱਕ ਕਿਸੇ ਦੀ ਕੋਈ ਇੱਕ ਸਟੇਟਮੈਂਟ ਆਈ ਹੋਵੇ ਤੇ ਮੈਨੂੰ ਦਿਖਾ ਦਿਓ। ਦੂਸਰੀ ਗੱਲ ਇਹ ਆ ਕਿ ਇਸ ਦੇ ਵਿੱਚ ਕਿੰਨੇ ਮਨਾਹੀ ਕਿੰਨੇ ਕੀਤੀ ਹੈ ਕਿ ਕਿਸੇ ਨੇ ਇਸ ਮਸਲੇ ਦੇ ਵਿੱਚ ਇੱਕ ਕੰਟਰੈਕਟ ਸੀ 11 ਸਾਲ ਦਾ ਹੋਇਆ, ਉਹ ਉਦੋਂ ਹੋਇਆ ਜਦੋਂ ਕੰਪੀਟੀਸ਼ਨ ਹੀ ਨਹੀਂ ਸੀ ਇਸ ਗੱਲ ਦਾ। ਅੱਜ ਜੇ ਗੱਲ ਇਹ ਉੱਠੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਵੀ ਲਾਂਚ ਕਰ ਰਹੀ ਹੈ ਔਰ ਨਾਲ ਦੀ ਨਾਲ ਅਸੀਂ ਇਹ ਵੀ ਗੱਲ ਕਹੀ ਹੈ ਕਿ ਇਹਦੇ 'ਚ ਜਿਹੜੇ TV ਚੈਨਲ ਸ਼ਾਮਲ ਹੋਣਾ ਚਾਹੁੰਦੇ ਨੇ, ਚਾਹੇ ਉਹ ਦੇਸ਼ ਤੋਂ ਹੋਣ ਚਾਹੇ ਵਿਦੇਸ਼ ਤੋਂ ਹੋਣ, ਚਾਹੇ ਉਹ ਨੈਸ਼ਨਲ ਮੀਡੀਆ ਹੋਵੇ, ਉਹ ਜਿਹੜਾ ਇੱਕ ਟਰਮ ਆਫ ਕੰਡੀਸ਼ਨ ਹੈ ਉਹਨੂੰ ਜ਼ਰੂਰ ਪੂਰਾ ਕਰਨਾ ਪਵੇਗਾ ਕਿ ਕੋਈ ਐਡ ਨਹੀਂ ਚਲਾਉਣੀ ਪਏਗੀ, ਕੋਈ ਇਸ ਮਸਲੇ ਦੇ ਉੱਤੇ ਅਦਾਲਤ ਵਿੱਚ ਨਹੀਂ ਜਾਏਗਾ ਕਿ ਕੱਲ੍ਹ ਨੂੰ ਤੁਸੀਂ ਸਾਨੂੰ ਇਸ ਗੱਲ 'ਚ ਉਲਝਾ ਲਓ ਕਿ ਦੇਖੋ ਜੀ ਅਸੀਂ ਤਾਂ ਆਹ ਐਡ ਦੇ ਰਹੇ ਹਾਂ ਆਹ ਨਹੀਂ ਦੇ ਰਹੇ, ਇਸ ਐਡ ਦਾ ਕੋਈ ਨੁਕਸਾਨ ਨਹੀਂ ਹੈਗਾ। ਆਪਣੀ ਕਲੈਰੀਫਿਕੇਸ਼ਨ ਕੱਲ੍ਹ ਨੂੰ ਕੋਈ ਦੇਈ ਜਾਵੇ। ਅਸੀਂ ਇਸ ਕੰਮ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ। ਅਸੀਂ ਕੇਵਲ ਤੇ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜਾਂ ਜਿਹੜੇ ਤਖ਼ਤ ਸਾਹਿਬਾਨਾਂ ਤੋਂ ਅਲੱਗ-ਅਲੱਗ ਜਿਹੜੀ ਇਹ ਗੁਰਬਾਣੀ ਕੀਰਤਨ ਦਾ ਜਿਹੜਾ ਪ੍ਰਸਾਰ ਨੇ ਉਹ ਬਿਨਾਂ ਰੋਕ ਟੋਕ ਤੇ ਚੱਲੇ, ਉਹਦੇ ਵਿੱਚ ਕੋਈ ਸਕਰੋਲ ਨਾ ਚੱਲੇ, ਉਹਦੇ ਵਿੱਚ ਕੋਈ ਐਡ ਨਾ ਚੱਲੇ, ਉਹਦੇ ਵਿੱਚ ਕੋਈ ਹੋਰ ਗੱਲ ਨਾ ਹੋਵੇ। ਸੋ ਇਹ ਗੱਲਾਂ ਜਿਹੜੀਆਂ ਨੇ ਇਸ ਪਾਸੇ ਵੱਲ ਵੀ ਧਿਆਨ ਦੇਣ ਦੀ ਲੋੜ ਹੈਗੀ ਹੈ। ਦੂਸਰੀ ਗੱਲ ਤੁਸੀਂ ਕਿਹਾ ਕਿ ਸਕੈਂਡਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਨੰਗਾ ਕੀਤਾ। ਹੁਣ ਤੁਸੀਂ ਦੇਖੋ ਸਰਕਾਰਾਂ ਦੇ, ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ ਜਾਂ ਤੁਹਾਡੀ ਇੱਥੇ UK ਦੀ ਸਰਕਾਰ ਹੈ, ਬਹੁਤ ਸਾਰੇ ਸਕੈਂਡਲ ਸਾਹਮਣੇ ਆਉਂਦੇ ਆ। ਇਵੇਂ ਸਿੱਖ ਕੌਮ ਦੀ ਇੱਕ ਪਾਰਲੀਮੈਂਟ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦਾ ਆਪਣਾ ਇੱਕ ਬਜਟ ਹੈ, ਆਪਣੇ ਉਹਦੇ ਆਰਥਿਕ ਵਸੀਲੇ ਜਿਹੜੇ ਆ, ਚਾਹੇ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੋਣ ਚਾਹੇ ਮੈਡੀਕਲ ਖੇਤਰ ਦੇ ਵਿੱਚ ਹੋਣ, ਜੋ ਗੁਰੂ ਦੀ ਗੋਲਕ ਦਾ ਪੈਸਾ ਹੈ ਉਹ ਉੱਥੇ ਜਿਹੜਾ ਯੂਟੀਲਾਈਜ਼ ਕੀਤਾ ਜਾਂਦਾ। ਹਾਂ, ਜੇ ਉੱਥੇ ਕੋਈ ਗੜਬੜੀ ਹੋਈ ਹੈ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹ ਸਾਰਾ ਜਿਹੜਾ ਅੱਜ ਤੋਂ 2-3 ਦਿਨ ਪਹਿਲਾਂ ਲਗਾਤਾਰ ਆਪ ਹੀ ਸਾਹਮਣੇ ਲਿਆ ਕੇ ਦੱਸਿਆ ਕਿ ਇਹਦੇ ਵਿੱਚ ਆਹ ਜਿਹੜਾ ਘਪਲਾ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ, ਮੈਨੇਜਰ ਨੇ, ਉਹ ਕਿਤੇ ਇਹਨਾਂ ਦੇ ਕਾਰਜਕਾਲ ਦੇ ਦਰਮਿਆਨ ਨਹੀਂ ਹੋਇਆ। ਪਿਛਲੇ ਲੰਮੇ ਸਮੇਂ ਤੋਂ ਕੁਝ ਬੰਦੇ ਤੁਸੀਂ ਦੇਖੋ ਜਿਹੜੇ ਬੰਦੇ ਝੂਠ ਦਾ ਸਹਾਰਾ ਲੈ ਕੇ ਤੇ ਝੂਠ ਹੀ ਖਾਣੀ ਸ਼ੁਰੂ ਕਰ ਦਿੱਤੀ ਤੇ ਘਪਲਾ ਉਹਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਇਹੋ ਜਿਹੀਆਂ ਝੂਠਾਂ ਤਾਂ ਬਾਹਰ ਕੱਢਣੀਆਂ ਹੀ ਪੈਣਗੀਆਂ। ਮੈਂ ਅੱਜ ਕਿਸੇ ਇੱਕ ਤੇ ਦੋਸ਼ ਥੋੜ੍ਹਾ ਲਾਉਣਾ ਚਾਹੁੰਦਾ, ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਰਹੀ ਹੈ। ਉਹਦੇ ਵਿੱਚ ਜਿਹੜਾ ਵੀ ਬੰਦਾ ਦੋਸ਼ੀ ਸਾਬਤ ਹੋਵੇਗਾ ਉਹਨੂੰ ਕੀ ਦੱਸੋ ਕਿ ਧਾਰਮਿਕ ਤੇ ਔਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਕਿ ਨਹੀਂ ਮਿਲਣੀ ਚਾਹੀਦੀ। ਇਸ ਕਰਕੇ ਜੇ ਕੋਈ ਪੰਜਾਬ ਸਰਕਾਰ ਆ ਰੋਜ਼ ਹੀ ਆਪਣੇ ਬੰਦਿਆਂ ਨੂੰ ਫੜਦੀ ਹੈ, ਕੋਈ ਪਟਵਾਰੀ ਫੜਿਆ ਜਾਂਦਾ, ਕੋਈ ਕਲਰਕ ਫੜਿਆ ਜਾਂਦਾ, ਕੋਈ ਵੱਡੇ ਅਫਸਰ ਫੜੀ ਜਾਂਦੇ, ਤਹਿਸੀਲਦਾਰ ਫੜੇ ਜਾਂਦੇ ਆ, ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਉਹਨੂੰ ਬਕਾਇਦਾ ਜਿਹੜੀ ਹੈ ਉਹ ਜਿਹੜੀ ਸਜ਼ਾ ਬਣਦੀ ਉਹਨੂੰ ਮਿਲੇਗੀ, ਚਾਹੇ ਉਹਨੂੰ ਨੌਕਰੀ ਤੋਂ ਛੁੱਟੀ ਕਰਨਾ ਪਵੇ, ਚਾਹੇ ਉਹਨੂੰ ਹਰਜਾਨਾ ਜਿਹੜਾ ਉਹ ਪਾਉਣਾ ਪਵੇ, ਜਿਹੜੀ ਵੀ ਕਾਰਵਾਈ ਹੋਵੇਗੀ ਜੋ ਆਡਿਟ ਦੇ ਵਿੱਚ ਆਵੇਗਾ ਉਹ ਸਾਰਾ ਹੋਵੇਗਾ। ਤੀਸਰਾ ਮਸਲਾ ਹੈ ਕਿ ਜੋ ਪੰਜਾਬ ਦੀ ਸਰਕਾਰ ਜਿਹੋ ਜਿਹਾ ਪ੍ਰੋਪੋਗੰਡਾ ਕਰ ਰਹੀ ਹੈ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਤਾਂ ਸਾਡੇ ਨਾਲ ਬਿਲਕੁਲ ਵੱਖਰੇ ਨੇ। ਇਹ ਤਾਂ ਕਹਿੰਦੇ ਸੀ ਕਿ ਅਸੀਂ ਤਾਂ ਫਰਿਸ਼ਤੇ ਹਾਂ ਤੇ ਫਰਿਸ਼ਤਿਆਂ ਵਾਲੇ ਜਿਹੜੇ ਕੰਮ ਕਰਨ, ਇਹ ਨੁਕਤਾਚੀਨੀ ਦਾ ਸਹਾਰਾ ਲੈ ਕੇ ਉਹਦੇ ਵਿੱਚ ਕਿਉਂ ਆਪ ਉਲਝੇ ਬੈਠੇ ਤੇ ਦੂਜਿਆਂ ਨੂੰ ਉਲਝਾ ਰਹੇ ਨੇ। ਇਹਨਾਂ ਨੂੰ ਤਾਂ ਇੱਕ ਟਾਰਗੇਟ ਦਿੱਤਾ ਗਿਆ ਕਿ ਪੰਜਾਬ ਦੀ ਤਰੱਕੀ, ਖੁਸ਼ਹਾਲੀ, ਬੇਰੁਜ਼ਗਾਰੀ ਨੂੰ ਖਤਮ ਕਰਨਾ, ਨਸ਼ਿਆਂ ਨੂੰ ਖਤਮ ਕਰਨਾ ਤੇ ਜਿਹੜੇ ਇਸ ਤਰ੍ਹਾਂ ਦੇ ਕਰੰਟ ਇਸ਼ੂ ਨੇ ਉਹਨਾਂ ਦੇ ਉੱਤੇ ਤੁਸੀਂ ਕੰਮ ਕਰਨਾ। ਉਧਰ ਦੱਸਣ ਕਿ ਕਿਹੜੇ ਇਹਨਾਂ ਨੇ ਕਦਮ ਚੁੱਕੇ ਆ ਹੁਣ ਤੱਕ। ਮਾਸਟਰ ਜਿਹੜੇ ਆ ਕਿੱਡਾ ਮਜ਼ਾਕ ਉੱਡ ਰਿਹਾ, ਉਹ ਕਹਿੰਦੇ ਜੀ ਇਹਨਾਂ ਨੂੰ ਪਰਸੋਂ ਚੰਗੀ ਤਰ੍ਹਾਂ ਪੱਕਿਆ ਕਰ ਦਿੱਤਾ।
ਕਿ ਉਹਨਾਂ ਦੀਆਂ ਮੌਰਾਂ ਕੁੱਟੀਆਂ ਗਈਆਂ, ਉਹਨਾਂ ਨੂੰ ਖੇਤਾਂ 'ਚ ਦੜਾ ਕੇ ਉਹ ਲਾਠੀਚਾਰਜ ਕੀਤਾ ਗਿਆ। ਤੇ ਥੱਲੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮਜ਼ਾਕੀਆ ਲਹਿਜੇ 'ਚ ਲੋਕ ਲਿਖ ਰਹੇ ਨੇ ਕਿ ਕਿਉਂ ਜੀ ਮਾਸਟਰੋ ਪੱਕੇ ਹੋ ਗਏ ਜੇ ਤੁਸੀਂ, ਕਿ ਤੁਹਾਨੂੰ ਤਾਂ ਸਿੰਗਾਪੁਰ ਲਿਜਾ ਰਹੀ ਸੀ ਪੰਜਾਬ ਸਰਕਾਰ, ਤੁਹਾਨੂੰ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਤੁਹਾਨੂੰ ਬੜਾ ਵਧੀਆ ਟ੍ਰੇਨਿੰਗ ਦੇ ਰਹੇ ਸੀ, ਤੇ ਆਹ ਵੇਖੋ ਤੁਹਾਨੂੰ ਪੱਕਿਆਂ ਕਰ ਦਿੱਤਾ। ਇਹ ਅੱਜ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਰਿਹਾ? ਮੈਂ ਇਹ ਗੱਲ ਕਹਿਣਾ ਕਿ ਸਾਡੀਆਂ ਸਰਕਾਰਾਂ ਵੇਲੇ ਜਿਹੜੀ ਗਲਤੀ ਹੋਈ, ਤੇ ਇਹ ਗਲਤੀ ਉਹ ਦੁਬਾਰਾ ਕਿਉਂ ਦੁਹਰਾ ਰਹੇ ਨੇ? ਮੰਨ ਲਓ ਜੇ ਸਾਡੇ ਕੋਲ ਕੋਈ ਗਲਤੀ ਹੋਈ ਤੇ ਤਾਂ ਹੀ ਇਹਨਾਂ ਨੂੰ ਮੌਕਾ ਮਿਲਿਆ ਨਾ, ਤੇ ਜੇ ਇਹਨਾਂ ਨੂੰ ਮੌਕਾ ਮਿਲ ਗਿਆ ਹੈ ਤੇ ਇਹ ਮੌਕੇ ਨੂੰ ਸੰਭਾਲਦੇ ਕਿਉਂ ਨਹੀਂਗੇ? ਕਿਉਂ ਨਹੀਂ ਪੰਜਾਬ ਦੇ ਆ ਦੇਖੋ ਹੁਣ ਜਿਹੜੇ ਵਿਚਾਰੇ NRI ਜਿੱਥੋਂ ਤੁਸੀਂ ਬੋਲ ਰਹੇ ਹੋ, UK ਦੀ ਧਰਤੀ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ, ਅੱਜ ਹੁਣ ਆਪ ਹੀ ਆਪਾਂ ਕਹਿ ਰਹੇ ਹਾਂ ਕਿ ਸਾਡੀਆਂ ਕੋਠੀਆਂ ਦੱਬੀਆਂ ਜਾ ਰਹੀਆਂ, ਸਾਡੇ ਨਾਲ ਧੱਕੇ ਹੋ ਰਿਹਾ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਤੇ ਆਪਾਂ ਤਾਂ ਉਹਨਾਂ ਨੂੰ ਇੰਨੇ ਫੰਡ ਵੀ ਦਿੱਤੇ, ਉਹਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ। ਇਹ ਅਜਨਬੀ ਲੋਕ ਜਿਹੜੇ ਆ ਆਪਾਂ ਉਹ ਜਿਤਾ ਵੀ ਦਿੱਤੇ, ਜਿਨ੍ਹਾਂ ਨੂੰ ਇੱਕ ਦੂਜੇ ਦਾ ਹੀ ਨਹੀਂ ਪਤਾ। ਪਹਿਲਾਂ ਫਿਰੋਜ਼ਪੁਰ ਗਈ ਕੈਬਨਿਟ ਮਿਨਿਸਟਰ ਅਨਮੋਲ ਗਗਨ ਮਾਨ, ਤੋਂ ਆਪਣੇ MLA ਨੂੰ ਪੁੱਛ ਰਹੀ ਕਿ ਤੁਸੀਂ ਇਸ ਹਲਕੇ ਦੇ ਤੁਸੀਂ MLA ਹੋ, ਤੁਸੀਂ ਦੇਖੋ ਇਹੋ ਜੀ ਇਹ ਆਪਣਾ ਸਾਬਤ ਕੀ ਕਰਨਾ ਚਾਹੁੰਦੇ ਆ। ਪੀਰ ਮੁਹੰਮਦ ਸਾਹਿਬ ਇੱਕ ਗੱਲ ਦਾ ਕਿਉਂਕਿ ਥੋੜਾ ਜਿਹਾ ਕਲੈਰੀਫਾਈ ਕਰਦੇ ਜਾਓ। ਭਗਵੰਤ ਮਾਨ ਦੀ ਸਰਕਾਰ ਕਹਿੰਦੀ ਆ ਕਿ ਅਸੀਂ ਜਿਹੜਾ ਬਚੇ ਹੋਏ ਪ੍ਰਸ਼ਾਦੇ ਜਾਂ ਬਚੀਆਂ ਹੋਈਆਂ ਦਾਲਾਂ ਸਬਜ਼ੀਆਂ, ਉਹਨਾਂ ਦਾ ਜੋ ਲੱਖਾਂ ਕਰੋੜਾਂ ਦਾ ਘਟਾਲਾ ਹੋਇਆ ਅਸੀਂ ਨੰਗਾ ਕੀਤਾ। ਲੇਕਿਨ ਤੁਸੀਂ ਕਹਿੰਦੇ ਆ ਕਿ ਧਾਮੀ ਸਾਹਿਬ ਨੇ ਆਪ ਨੰਗਾ ਕੀਤਾ। ਜਿੱਥੋਂ ਤੱਕ ਮੈਨੂੰ ਨੌਲੇਜ ਆ 51 ਬੰਦਿਆਂ ਨੂੰ ਹੁਣ ਤੱਕ ਬਰਖਾਸਤ ਕੀਤਾ, ਸਸਪੈਂਡ ਕੀਤਾ, ਉਹਨਾਂ ਤੇ ਕਾਰਵਾਈ ਹੋ ਗਈ ਵੀ 51 ਬੰਦਿਆਂ ਤੇ। ਲੇਕਿਨ ਜਦੋਂ ਸ਼੍ਰੋਮਣੀ ਕਮੇਟੀ ਨੇ ਆਪ ਹੀ ਇਹ ਕੰਮ ਕੀਤਾ, ਆਪ ਆਪਣੇ ਚੋਰ ਫੜੇ ਆਪਣੇ ਚੋਂ, ਤੇ ਫਿਰ ਭਗਵੰਤ ਮਾਨ ਸਰਕਾਰ ਸਿਹਰਾ ਆਪਣੇ ਸਿਰ ਕਿਉਂ ਲੈਣਾ ਚਾਹੁੰਦੀ ਆ? ਪੀਰ ਮੁਹੰਮਦ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ NRI ਦੀ ਕੋਠੀ ਜਗਰਾਓ ਦੇ ਵਿੱਚ ਇੱਕ MLA ਨੇ ਦੱਬੀ ਸੀ, ਸਾਰਿਆਂ ਨੂੰ ਪਤਾ ਲੱਗ ਗਿਆ। ਪਹਿਲਾਂ ਉਹ ਕਹਿੰਦੇ ਸੀ ਇਹ ਸਾਡੀ ਕੋਠੀ ਹੈ, ਫਿਰ ਬਾਅਦ ਦੇ ਵਿੱਚ ਜਿਹੜੇ ਬੰਦਿਆਂ ਨੇ ਗਲਤ ਰਜਿਸਟਰੀ ਕਰਾਈ ਸੀ ਉਹ ਵੀ ਸਾਹਮਣੇ ਆ ਗਏ, ਫਿਰ ਐਫੀਡੇਵਿਟ ਵੀ ਦੇ ਦਿੱਤਾ। ਦੱਸੋ ਉਹਦੇ ਬਾਰੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਦੱਸਿਆ? ਉਹ ਤਾਂ ਲੋਕਾਂ ਨੇ ਫੜੀ ਹੈ ਨਾ, NRI ਭਾਈਚਾਰੇ ਦੇ ਜਿਹਦੇ ਨਾਲ ਦੱਬੀ ਸੀ, ਉਹਨਾਂ ਨੇ ਆਪਣੀ ਪੁਕਾਰ ਉਠਾਈ ਹੈ। ਉਹਦੇ ਉੱਤੇ ਉਹਦਾ ਕ੍ਰੈਡਿਟ ਵੀ ਲੈਣ ਨਾਲ ਕਿ ਲੈ ਵੀ ਅਸੀਂ ਲੋਕਾਂ ਨੇ ਆਹ ਗੱਲ ਕਹੀ ਤੇ ਅਸੀਂ ਉਹਦੇ ਤੇ ਕੀਤਾ। ਅੱਜ ਤੱਕ ਕੋਈ ਸਟੇਟਮੈਂਟ ਹੀ ਨਹੀਂ ਆਈ ਪੰਜਾਬ ਸਰਕਾਰ ਦੀ, ਕੋਈ ਇੱਕ ਸਟੇਟਮੈਂਟ ਦਿਖਾ ਦਿਓ ਕਿ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੋਵੇ ਕਿ ਵਾਕਿਆ ਹੀ ਅਸੀਂ ਇਹਦੇ ਤੇ ਕੋਈ ਕਾਰਵਾਈ ਕਰ ਰਹੇ ਹਾਂ। ਬਹੁਤ ਸਾਰੇ ਹੋਰ ਮਸਲੇ ਨੇ, ਸਰਾਰੀ ਦਾ ਮਸਲਾ ਹੈ, ਉਹ ਇੱਕ ਜਿਹੜਾ ਇਹਨਾਂ ਦਾ ਵਜ਼ੀਰ ਹੈ ਉਹਦੇ ਉੱਤੇ ਕਿੰਨਾ ਭੈੜਾ ਦੋਸ਼ ਲੱਗ ਰਿਹਾ। ਇਸ ਕਰਕੇ ਕਟਾਰੂ ਚੱਕ ਦੇ ਉੱਤੇ ਫਿਰ ਕਿੰਨੇ ਆਪ ਹੀ ਬੰਦੇ ਨੂੰ ਫੜਿਆ, ਇੱਕ ਮਿਨਿਸਟਰ ਨੂੰ, ਤੇ ਉਹ ਬਾਅਦ ਦੇ ਵਿੱਚ ਆਪ ਹੀ ਉਹਨੂੰ ਦੂਜਾ ਪਾਰਟੀ ਦੇ ਵਿੱਚ ਵੀ ਅਜੇ ਤੱਕ ਰੱਖਿਆ ਹੋਇਆ। ਸੋ ਇੱਕ ਇਹਨਾਂ ਦਾ MLA ਅਜੇ ਵੀ ਜੇਲ੍ਹ ਦੇ ਵਿੱਚ ਰਿਸ਼ਵਤ ਲੈਂਦੇ ਨੂੰ ਫੜਿਆ ਗਿਆ, ਬਾਅਦ ਦੇ ਵਿੱਚ ਉਹਨੂੰ ਛੱਡਣ ਦੀ ਕੋਸ਼ਿਸ਼ ਕੀਤੀ ਗਈ, ਫਿਰ ਲੋਕਾਂ ਦਾ ਦਬਾਅ ਪਿਆ ਤੇ ਫਿਰ ਉਹਨੂੰ ਫੜ ਕੇ ਤੇ ਅੰਦਰ ਵੀ ਦੇਣਾ ਪਿਆ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਨੁਕਤਾਚੀਨੀ ਔਰ ਲਲਕਾਰੇ ਦੀ ਸਿਆਸਤ ਨੂੰ ਪਾਸੇ ਰੱਖ ਕੇ ਇਹਦੇ ਨਾਲ ਪੰਜਾਬ ਨੂੰ ਦੱਸੋ ਕੀ ਭਲਾ ਹੋ ਰਿਹਾ, ਜਾਂ ਇਸ ਦੇ ਨਾਲ ਠੀਕ ਹੈ ਵਿਰੋਧੀ ਪਾਰਟੀਆਂ ਇੱਕ ਦੂਜੇ ਦੀ ਨੁਕਤਾਚੀਨੀ ਕਰਦੀਆਂ ਨੇ, ਉਹ ਸਾਡੀ ਕਰਦੇ ਅਸੀਂ ਉਹਨਾਂ ਦੀ ਕਰਾਂਗੇ, ਲੇਕਿਨ ਇਹਦੇ ਵਿੱਚੋਂ ਪੰਜਾਬ ਵਾਸੀਆਂ ਦਾ ਕੀ ਭਲਾ ਹੋਵੇਗਾ? ਪੰਜਾਬ ਵਾਸੀਆਂ ਨੂੰ ਕੀ ਚਾਹੀਦਾ? ਕਿਸਾਨ ਨੂੰ ਚਾਹੀਦਾ ਰੋਟੀ, ਕੱਪੜਾ ਤੇ ਮਕਾਨ, ਜਿਹੜਾ ਉਹ ਆਪਦੇ ਹੱਥੀਂ ਤਿਆਰ ਕਰਦਾ ਉਹਨੂੰ ਸਹੀ ਮੁੱਲ ਨਹੀਂ ਮਿਲ ਰਿਹਾ। MSP ਬਾਰੇ ਕਹਿੰਦੇ ਸੀ ਕਿ ਅਸੀਂ 24 ਘੰਟਿਆਂ 'ਚ ਲਾਗੂ ਕਰ ਦਿਆਂਗੇ, ਤੇ ਅੱਜ ਮੂੰਗੀ ਦੇ ਉੱਤੇ ਵੀ ਆਪਾਂ ਨਹੀਂ ਦੇ ਸਕੇ, ਜਿਹੜੀ ਮੌਜੂਦਾ ਸਰਕਾਰ ਹੈ ਉਹ ਆਪਣਾ ਉਹ ਨਹੀਂ ਕਰ ਸਕੀ। ਸੋ ਇਸ ਤਰ੍ਹਾਂ ਦੇ ਕਿੰਨੇ ਮਸਲੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਅੱਜ ਉਲਝੇ ਪਏ ਹਾਂ ਅਸੀਂ, ਤੇ ਉਹਦੇ ਬਾਰੇ ਕਿਉਂ ਨਹੀਂ ਗੱਲ ਕੀਤੀ ਜਾ ਰਹੀ? ਚਲੋ ਪੀਰ ਮੁਹੰਮਦ ਸਾਹਿਬ ਤੁਹਾਡੇ ਨਾਲ ਦੁਬਾਰੇ ਫੇਰ ਆਊਂਗਾ। ਮੈਂ ਕਾਲੇ ਭਾਅ ਤੋਂ ਜਾਣਨਾ ਚਾਹੂੰਗਾ, ਕਾਲੇ ਭਾਅ ਜੇ ਗੱਲ ਕੀਤੀ ਜਾਵੇ, ਜੇ ਪੰਜਾਬ ਦੀ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜ਼ਮੀਨਾਂ ਦੇ ਕਬਜ਼ੇ, ਜੋ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛਡਾਵਾਂਗੇ, ਲੇਕਿਨ ਹੁਣ ਪਿੱਛੇ ਜੇ ਇੱਕ ਗਰੁੱਪ ਆ ਢਿੱਲੋਂ ਸਾਹਿਬ ਹੋਰਾਂ ਦਾ, ਉਹਦੇ ਨਾਲ ਉਸ ਹਲਕੇ ਦੇ MLA ਨੇ ਰਲ ਕੇ 500 ਏਕੜ ਤੇ ਕਬਜ਼ਾ ਕੀਤਾ। ਭਗਵੰਤ ਮਾਨ ਸਰਕਾਰ ਨੂੰ ਪਤਾ, ਜਿੱਦਾਂ ਪੀਰ ਮੁਹੰਮਦ ਸਾਹਿਬ ਨੇ ਕਿਹਾ ਕਿ ਕੋਠੀ ਤੇ, ਆਪਾਂ ਸਾਰਿਆਂ ਨੂੰ ਪਤਾ ਕਿ ਜਗਰਾਵਾਂ ਵਾਲੀ MLA ਨੇ ਉਹ ਕੋਠੀ ਤੇ ਕਬਜ਼ਾ ਕੀਤਾ, ਲੇਕਿਨ ਫਿਰ ਵੀ ਟੰਗ ਅਡਾਉਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ 'ਚ ਜਾ ਕੇ, ਆਪ ਸਿੱਖ ਨਾ ਹੁੰਦੇ ਹੋਏ ਵੀ ਸਿੱਖਾਂ ਦੇ ਜੰਮ ਪੈਣ ਨਾਲ ਸਿੱਖ ਨਹੀਂ ਬਣ ਜਾਂਦਾ। ਕਾਲੇ ਭਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਮੈਨੂੰ ਲੱਗਦਾ ਬਾੜਾ ਸਾਹਿਬ, ਕਾਲਾ ਸਾਹਿਬ ਫਰੀਜ ਹੋ ਗਿਆ, ਤੁਸੀਂ ਜਾ ਕੇ ਜਵਾਬ ਦੇ ਦਿਓ, ਉਹਨੂੰ ਮੈਂ ਫੋਨ ਕਰ ਦਿੰਦਾ। ਮੈਂ ਤੇ ਇਹ ਕਹਾਂਗਾ ਕਿ ਵੀ ਜਿਹੜਾ ਕੰਮ ਸਾਰੀ
ਸਾਰੀਆਂ ਸਰਕਾਰਾਂ ਜਿਹੜੀਆਂ ਹੁਣ ਤੱਕ ਵੀ ਆਈਆਂ ਨੇ, ਸਾਰੀਆਂ ਸਰਕਾਰਾਂ ਵਿੱਚ ਨਾ ਤੇ ਦੁੱਧ ਧੋਤੇ ਬੰਦੇ ਹੈਗੇ ਨੇ, ਹੈ ਤਾਂ ਪੰਜਾਬ ਦੇ ਵਸਿੰਦੇ ਹੀ ਸਾਰੇ ਨਾ ਜੀ। ਜਿਉਂ ਖਰਬੂਜੇ ਨੂੰ ਦੇ ਕੇ ਖਰਬੂਜਾ ਤੇ ਰੰਗ ਫੜਦਾ ਆ, ਪਰ ਲੇਕਿਨ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਕੰਮ ਭਗਵੰਤ ਮਾਨ ਕੀਤੇ ਕਰ ਰਹੇ ਆ, ਉਹਦੀ ਵੀ ਆਪਾਂ ਨੂੰ ਸ਼ਲਾਘਾ ਕਰਨੀ ਚਾਹੀਦੀ ਆ ਤੇ ਹੋ ਰਹੀ ਆ। ਕਿਉਂਕਿ ਲੋਕਾਂ ਨੇ ਜਿੱਦਾਂ ਹੁਣ ਬਿਜਲੀ ਦਾ ਹੈਗਾ ਆ, ਉਸ ਤੋਂ ਬਾਅਦ ਆਪਣਾ ਜਿਹੜਾ ਇਹ ਗੱਲ ਹੋਈ ਹੈ ਕਿ ਐਜੂਕੇਸ਼ਨ ਦੇ ਵਿੱਚ ਵੀ, ਉਸ ਤੋਂ ਬਾਅਦ ਹੈਲਥ ਵਿੱਚ ਵੀ, ਉਸ ਤੋਂ ਬਾਅਦ ਆਪਣੇ ਟੀਚਰਾਂ ਦੀਆਂ ਜੌਬਸ ਵੀ ਦਿੱਤੀਆਂ ਹਰ ਲਾਈਨ ਦੇ ਵਿੱਚ, ਹਰ ਸਾਈਡ ਤੇ ਬਾਕੀ ਨੂੰ ਪੱਕਿਆ ਵੀ ਕੀਤਾ। ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਜਾਂ ਹੋਈਆਂ, ਇਹ ਤਾਂ ਇਹ ਗਿਣੀ ਮਿਥੀ ਹੈਗੀ ਆ ਕਿ ਵੀ ਬਹੁਤ ਸੋਹਣਾ ਉਹ ਕੰਮ ਹੋ ਰਿਹਾ। ਹੁਣ ਤਾਂ ਜਿਹੜਾ ਪਾਣੀ ਦਾ ਮੁੱਦਾ ਸੀ, ਇਸ ਵੇਲੇ ਨਹਿਰਾਂ ਦਾ ਪਾਣੀ ਜਿਹੜਾ ਝੋਨੇ ਦੀ ਲਗਾਈ ਨੇ ਲੱਗਿਆ ਮਿਲਿਆ, ਉਹ 'ਚ ਲੋਕਾਂ ਨੇ ਸਪੈਸ਼ਲ ਇੰਡੀਵਿਜੂਅਲੀ ਮਤਲਬ ਆ ਕੇ ਆਨਲਾਈਨ ਆ ਕੇ, ਜਾਣੀ WhatsApp ਤੇ ਆ ਕੇ ਗੱਲਾਂ ਕਹੀਆਂ ਕਿ ਵੀ ਸਾਨੂੰ ਇਹ ਇੰਨੇ 50 ਸਾਲਾਂ ਦੇ ਕਦੀ ਪਾਣੀ ਨਹੀਂ ਸੀ ਦੇਖਿਆ ਸੀ। ਇਹ ਖਾਲ ਜਿਹੜੇ ਹੈਗੇ ਨੇ, ਜਿਹੜੇ ਸੂਏ ਨੇ, ਇਹ ਬੰਦ ਪਏ ਦੇਖੇ ਨੇ, ਕਈਆਂ ਨੇ ਤਾਂ ਵਿੱਚ ਵਾਲੇ ਨੇ ਤੇ ਕਈਆਂ ਦੇ ਵਿੱਚ ਕਾਫੂਸੇ ਉਗੇ ਉਦਾਂ ਹੀ ਨੇ, ਤੇ ਉਹ ਸਾਰੇ ਸਾਫ਼ ਕਰਾ ਕੇ ਪੱਕੇ ਕੀਤੇ ਤੇ ਉਹ ਸ਼ਲਾਘਾ ਕਰ ਰਹੇ ਗਏ। ਆਪਾਂ ਹਰੇਕ ਚੀਜ਼ ਨੂੰ ਇੱਕ ਪੁਆਇੰਟ ਤੇ ਨਾ ਲੈ ਲਈ ਕਿ ਵੀ ਨਿੰਦਣ ਨਾਲ ਸ਼ੁਰੂ ਕਰ ਲਈਏ, ਲੇਕਿਨ ਜਿਹੜਾ ਕਪਲਾ ਜੋ ਇਹ ਪੰਜਾਬ ਦੇ ਵਿੱਚ ਜੋ ਹੁਣ ਤੱਕ ਸਰਕਾਰਾਂ ਦੇ ਤੇ ਵੀ ਦੋਸ਼ ਨਾਲ ਕਹਿ ਲਈਏ, ਜਾਂ ਜਿਹੜੇ ਲੋਕਾਂ ਦੇ ਵਿੱਚ ਜਿਹੜਾ ਹੁਣ ਤੱਕ ਜਿਹੜੀ ਰਿਸ਼ਵਤਖੋਰੀ ਦਾ ਜਿਹੜਾ ਕਲੰਕ ਆ ਉਹ ਤਾਂ ਲੱਗਾ ਹੈਗਾ, ਉਹਨੂੰ ਇੱਕਦਮ ਵੀ ਨਹੀਂ ਹਟਾਇਆ ਜਾ ਸਕਦਾ। ਪਰ ਲੇਕਿਨ ਜਿਹੜੇ ਰੋਜ਼ ਫੜੇ ਜਾ ਰਹੇ, ਫੜ ਹੋ ਰਹੇ ਨੇ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਤੇ ਐਕਸ਼ਨ ਵੀ ਲਿਆ ਜਾ ਰਿਹਾ ਆ। ਪਰ ਜਿਹੜੀ ਗੱਲ ਤੁਸੀਂ ਕਹਿੰਦੇ ਕਿ ਉਹ ਆਪ ਭਗਵੰਤ ਮਾਨ ਆਪ ਸਿੱਖ ਨਹੀਂ, ਪਰ ਲੇਕਿਨ ਮੈਂ ਇਹ ਕਹਾਂਗਾ ਤੁਸੀਂ ਉਸ ਚੀਜ਼ ਦਾ ਮੈਨੂੰ ਤੁਸੀਂ ਜਵਾਬ ਦਿਓ ਕਿ ਜਿਹੜੇ ਆਪਣੇ ਇੱਥੇ ਵੀ ਤੇ ਜਿਹੜੇ ਆਪਣੇ ਇੰਡੀਆ ਵੀ ਬੱਚੇ ਜਿਨ੍ਹਾਂ ਦੇ ਕਿਸੇ ਵੇਲੇ ਤੇ ਮੇਰੇ ਦੇਖਣ 'ਚ ਇਹ ਆਉਂਦੇ ਸਰਕਲ 'ਚ ਕਿ ਬਈ ਇੱਕ ਪਰਿਵਾਰ ਦੇ ਜਿਹੜੇ ਸਿਆਣੇ ਬੰਦੇ ਨੇ ਉਹੀ ਸਿੱਖ ਨੇ, ਬਾਕੀ ਅੱਗੇ ਮੋਨੇ ਨੇ ਸਾਰੇ, ਅਤੇ ਉਹਨਾਂ ਨੂੰ ਅਸੀਂ ਹੁਣ ਸਿੰਘ ਲਾਉਣ ਤੋਂ ਜਾਂ ਉਹਨਾਂ ਨੂੰ ਅਸੀਂ ਆਪਣੇ ਨਿਆਣੇ ਨਾ ਸਮਝਾਂਗੇ। ਇਹ ਤੁਸੀਂ ਪਹਿਲਾਂ ਦੇਖੋ ਨਾ ਕਿ ਬਈ ਜਿਹੜੇ ਪਰਿਵਾਰਾਂ ਦੇ ਵਿੱਚ ਸਿੰਘ ਨਹੀਂ ਲਾ ਰਹੇ, ਹੁਣ ਇੱਥੇ ਸਾਡੇ ਵਿਆਹਾਂ ਦਾ ਮੁੱਦਾ ਸ਼ੁਰੂ ਹੋਇਆ ਸੀ, ਉਹ ਇਸ ਕਰਕੇ ਸ਼ੁਰੂ ਹੋਇਆ ਸੀ ਕਿ ਗੁਰਦੁਆਰਿਆਂ ਦੇ ਵਿੱਚ ਵੱਖਰੀਆਂ ਜਾਤਾਂ 'ਚ ਵੀ, ਮਿਕਸ ਜਾਤ ਵਿੱਚ ਵੀ ਹੋ ਰਹੇ ਸਨ, ਤੇ ਉਹਨਾਂ ਨੇ ਕਰਤਾ ਸੀਗਾ ਜੀ ਕਿ ਸਿੰਘ ਤੇ ਕੌਰ ਜਿਹਦੇ ਨਾਲ ਹੋਏਗਾ ਉਹਦੇ ਵਿਆਹ ਕਰਨੇ ਨੇ। ਪਰ ਲੇਕਿਨ ਉਹਦੇ ਵਿੱਚ ਵੀ ਫਿਰ ਆਪਣੀਆਂ ਇੱਥੋਂ ਜਿਹੜੀਆਂ ਜਿੰਨੇ ਵੀ ਲੋਕੀ ਸਨ ਉਹਨਾਂ ਨੇ ਵਿੱਚ ਆਪਣਾ ਹਿੱਸਾ ਪਾਇਆ ਵੀ ਇਸ ਚੀਜ਼ ਦੇ ਨਾਲ ਤਾਂ ਵੀ ਸਾਡੇ ਨਿਆਣਿਆਂ ਦੇ ਵਿਆਹ ਹੀ ਨਾ ਹੋਣਗੇ, ਕਿਉਂਕਿ ਉਹ ਵਿੱਚ ਆਪਣਾ ਸਿੰਘ ਤੇ ਕੌਰ ਕੱਟੀ ਜਾ ਰਹੇ ਨੇ। ਅਤੇ ਨਾਲ ਨਾਲ ਤਕਰੀਬਨ ਪੰਜਾਬ ਦੇ ਵਿੱਚ ਵੀ ਅਤੇ ਬਾਹਰ ਵੀ ਮੈਂ ਤਕਰੀਬਨ 40-42 ਸਾਲ ਤੋਂ ਬਾਅਦ ਆ ਕੇ ਇੱਥੇ ਦੇਖਿਆ ਕਿ ਸਰਨੇਮ ਲਾਉਣਾ ਹੀ ਪੈਂਦਾ ਸੀ। ਮੋਰੇ ਆਫਿਸਾਂ ਦੇ ਵਿੱਚ ਪੁੱਛਦੇ ਸਨ ਕਿ ਤੁਹਾਡਾ ਸਰਨੇਮ ਕੀ ਆ, ਕਿਉਂਕਿ ਸਿੰਘ ਨੂੰ ਉਹ ਨਹੀਂ ਸੀ ਮੰਨ ਰਹੇ, ਕਿਉਂਕਿ ਸਿੰਘ ਬਹੁਤ ਹੋ ਜਾਂਦੇ ਸੀ, ਸੇਮ ਨਾਂ ਦੇ ਬਹੁਤ ਹੁੰਦੇ ਸੀਗੇ। ਸੋ ਇੱਥੇ ਆ ਕੇ ਸਰਨੇਮ ਸ਼ੁਰੂ ਹੋਏ ਨੇ। ਹੁਣ ਇੱਥੇ ਵੀ ਬਹੁਤ ਇਹੋ ਜਿਹੇ ਬੰਦੇ ਨੇ, ਜਾਂ ਗਾਇਕ ਵੀ ਲੈ ਲਓ, ਜਾਂ ਜਿਹੜੇ ਚੰਗੇ ਅਹੁਦਿਆਂ ਤੇ ਵੀ ਲੈ ਲਓ, ਜਾਂ ਆਮ ਪਬਲਿਕ ਦੇ ਵਿੱਚ ਵੀ ਉਹ ਸਿੰਘ ਨੂੰ ਗੱਪੇ ਕੱਟ ਦਿੰਦੇ ਨੇ, ਆਪਣਾ ਨਾਂ ਤੇ ਪਿੱਛੇ ਆਪਣਾ ਸਰਨੇਮ ਗੋਤ ਉਹੀ ਲਾ ਰਹੇ ਨੇ ਜੀ। ਬਾੜਾ ਸਾਹਿਬ, ਨੰਬਰ 1 ਮੈਂ ਕਿਹਾ ਸਿੱਖਾਂ ਦੇ ਪੈਦਾ ਹੋਣ ਨਾਲ ਸਿੱਖ ਨਹੀਂ ਬਣ ਜਾਂਦਾ, ਮੈਂ ਕਿਹਾ, ਲੇਕਿਨ ਕਾਹਤੇ ਮੈਂ ਕਿਹਾ ਉਹ ਸਿੱਖ ਨਹੀਂ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਵਿਧਾਨ ਆ ਉਹਦੇ ਵਿੱਚ ਜਿਹੜੀ ਪਰਿਭਾਸ਼ਾ ਆ ਕਿ ਵੋਟ ਪਾਉਣ ਦਾ ਕਿਹਨੂੰ ਹੱਕ ਆ। ਅਗਰ ਅੱਜ ਆਪਾਂ ਕਹਿੰਦੇ ਆ ਕਿ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਆ, ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ 'ਚ ਦਖਲਅੰਦਾਜ਼ੀ ਕਰਨ ਤੋਂ ਕਿਸੇ ਨੂੰ ਰੋਕਣਾ ਨਹੀਂ ਚਾਹੀਦਾ, ਕਿਉਂਕਿ ਪੰਜਾਬ ਦਾ ਮਾਲਕ ਆ। ਪਰ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖੀ ਨੂੰ ਪਿਆਰ ਕਰਨ ਵਾਲੇ ਨਾਨਕ ਨਾਮ ਲੇਵਾ ਸਿੱਖ ਅਗਰ ਅੱਜ ਭਗਵੰਤ ਮਾਨ ਨੂੰ ਨਹੀਂ ਰੋਕਣਗੇ, ਕੱਲ ਨੂੰ ਕਿਸੇ ਹੋਰ ਦੀ ਸਰਕਾਰ ਬਣ ਗਈ, ਕੱਲ ਨੂੰ ਬੀਜੇਪੀ ਦੀ ਬਣ ਗਈ ਜਾਂ ਕਿਸੇ ਹੋਰ ਦੀ ਬਣ ਗਈ, ਤੇ ਉਦੋਂ ਆਪਾਂ ਕਹਿ ਨਹੀਂ ਸਕਦੇ ਜਿਹੜੀ ਵੋਟਾਂ ਦੀ ਹੁਣ ਸਾਡੇ ਘਰ ਦੀ ਗੱਲ ਲਾ, ਸਾਡੇ ਪਿੰਡ ਦੀ ਗੱਲ ਲਾ, ਕਿੰਨੀਆਂ ਵੋਟਾਂ ਸਿਰਫ ਉਹੀ ਵੋਟ ਪਾ ਸਕਦਾ ਜਿਹਨੇ ਦਾੜੀ ਕੇਸ ਰੱਖਿਆ, ਜਿਹਨੇ ਅੰਮ੍ਰਿਤ ਛਕਿਆ, ਉਹੀ ਬੰਦਾ ਇਲੈਕਸ਼ਨ ਲੜ ਸਕਦਾ ਜਿਹਨੇ ਅੰਮ੍ਰਿਤ ਛਕਿਆ। ਮੈਂ ਇਸ ਕਰਕੇ ਕਹਿੰਦਾ ਉਸ ਬੇਸ ਤੋਂ ਇਹ ਸਿੱਖ ਨਹੀਂ, ਸਿੱਖਾਂ ਦੇ ਪੈਦਾ ਹੋਣ ਦੇ ਨਾਲ ਇਹ ਨਹੀਂ ਹੋ ਜਾਂਦਾ ਵੀ ਸਿੱਖ ਬਣ ਜਾਂਦਾ। ਜਿੱਦਣ ਜੇ ਇਹਨੂੰ ਇੰਨਾ ਚਾਹ ਆ, ਇੱਕ ਸਟੇਜ ਤੇ ਖੜ ਕੇ ਸਹੁੰ ਖਾਣ ਡਿਆ ਆਪਣੀ ਮਾਂ ਦੇ ਨਾਲ ਸਿਰ ਤੇ ਹੱਥ ਰੱਖ ਕੇ ਮੈਂ ਸ਼ਰਾਬ ਨਹੀਂ ਪੀਊਂਗਾ, ਉਹ ਸਟੇਜ ਤੋਂ ਉਤਰਦੇ ਸਾਰੀ ਮਾਂ ਦੇ ਨਾਲ ਬੈਠੀ ਦੇ ਗੱਡੀ 'ਚ ਸ਼ਰਾਬ ਪੀਣ ਲੱਗ ਪਿਆ। ਉਹ ਬੰਦੇ ਤੇ ਚਲੋ ਮੈਂ ਨਹੀਂ ਕਹਿੰਦਾ ਨਹੀਂ ਯਕੀਨ ਕਰਨਾ ਚਾਹੀਦਾ, 92 MLA ਪੰਜਾਬ ਦੇ ਲੋਕਾਂ ਨੇ ਜਿਤਾਏ ਆ, ਆਪਣੇ ਕੋਲ 1.5 ਸਾਲ ਲੰਘ ਗਿਆ, 3.5 ਸਾਲ ਰਹਿ ਗਏ, ਦੇਖਦੇ ਆ ਕੀ ਕਰਦਾ। ਪੀਰ ਮੁਹੰਮਦ ਸਾਹਿਬ ਜਿਹੜੀਆਂ ਬਾੜਾ ਸਾਹਿਬ ਨੇ ਗੱਲਾਂ ਕਹੀਆਂ ਜਾਂ
ਵੀ ਚਲੋ ਕਿਸੇ ਨੂੰ ਨਿੰਦਣਾ ਨਹੀਂ ਚਾਹੀਦਾ, ਕਿਸੇ ਦੀ ਬਾਹਲੀ ਵਡਿਆਈ ਨਹੀਂ ਕਰਨੀ ਚਾਹੀਦੀ। ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਗੱਲਾਂ ਤੇ? ਮੈਨੂੰ ਲੱਗਦਾ ਵੀ ਉਹਨਾਂ ਦੀ ਕੋਲ ਕੱਟੀ ਗਈ ਲੱਗਦੀ ਹੈ ਜ਼ਿਆਦਾ। ਕਾਲੇ ਭਾਤ, ਜੇ ਤੁਸੀਂ ਲਾਈਨ ਤੇ ਆ ਗਏ ਆ ਤੇ ਤੁਸੀਂ ਮਾੜਾ ਜਿਹਾ ਦੱਸ ਦਿਓ ਵੀ ਤੁਸੀਂ ਹੁਣ ਹੋ ਗਏ ਰੈਡੀ। ਮੈਨੂੰ ਲੱਗਦਾ ਅੱਜ ਕਾਲਾ ਵੀ ਬਾੜਾ ਸਾਹਿਬ ਫਰੀਜ ਹੋ ਗਿਆ, ਆਪਾਂ ਦੋਨੇ ਹੀ ਅੱਜ ਡਟਦੇ ਆ, ਦੇਖੀ ਚੱਲੂ ਕੀ ਹੁੰਦਾ। ਬਾੜਾ ਸਾਹਿਬ, ਦੋ ਚੀਜ਼ਾਂ ਮੈਂ ਕਿਸੇ ਦਾ ਵਿਰੋਧੀ ਨਹੀਂ। ਜੇ ਪੰਜਾਬ ਦੇ ਵਿੱਚੋਂ 92 MLA ਉਹਨਾਂ ਦੀ ਜਿੱਤੇ ਪਾਰਟੀ ਦੇ, ਲੋਕਾਂ ਨੂੰ ਯਕੀਨ ਕਰਨਾ ਚਾਹੀਦਾ। ਜਿਹੜੀ ਗੱਲ ਕਰਦੇ ਆਪਾਂ ਬਿਜਲੀ ਦੀ ਗੱਲ, ਪਾਣੀ ਦੀ, ਮੋਟਰਾਂ ਦੀ ਗੱਲ, ਇੱਕ ਬੰਨੇ ਤਾਂ ਪੰਜਾਬ ਦੇ ਕਿਸਾਨ ਕਹਿੰਦੇ ਕਿ ਸਾਡੇ 24 ਘੰਟੇ ਬਿਜਲੀ ਜਾਂਦੀ ਨਹੀਂ, ਸਾਨੂੰ ਮੋਟਰਾਂ ਬੰਦ ਕਰਨੀਆਂ ਪੈਂਦੀਆਂ। ਉਸੇ ਪੰਜਾਬ 'ਚ ਲੋਕੀ ਕਹਿੰਦੇ ਸਾਡੇ ਤਾਂ ਬਿਜਲੀ 4 ਘੰਟੇ 3 ਘੰਟੇ ਆਣ ਕੇ ਕੱਟ ਲੱਗ ਜਾਂਦਾ, 4 5 ਘੰਟੇ ਆਉਂਦੀ ਨਹੀਂ। ਮੈਂ ਉਸੇ ਪੰਜਾਬ ਦੀ ਗੱਲ ਕਰਦਾ, ਮੈਂ ਬਾਹਰਲੇ ਸੂਬੇ ਦੀ ਕਿਸੇ ਦੀ ਗੱਲ ਨਹੀਂ ਕਰਦਾ। ਸੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਸਾਰੇ ਪਾਸੇ ਦੇਖਣਾ ਚਾਹੀਦਾ। ਜਿਹੜਾ ਹੋਣਾ ਨਵਾਂ ਉਹਨਾਂ ਦਾ, ਮੈਂ ਜਿਹੜੀ ਜਿੰਨੀ ਕਿ ਨਿਊਜ਼ ਸੁਣਦੇ, ਪੜ੍ਹਦੇ ਜਾਂ ਦੇਖਦੇ ਆ, ਯੂਟਿਊਬਾਂ ਤੇ ਵੀ ਆਉਂਦੀ ਆ, ਤੇ ਜਾਂ ਇੰਡੀਆ ਦੇ ਵਿੱਚੋਂ, ਆਪਣੇ ਪੰਜਾਬ ਦੇ ਇਲਾਕੇ ਦੇ ਵਿੱਚੋਂ ਜਿੰਨੇ ਕੁ ਬੰਦੇ ਉਹਨਾਂ ਨਾਲ ਫੋਨ ਤੇ ਬਕਾਇਦਾ ਇਸੇ ਚੀਜ਼ ਨੂੰ, ਕਿਉਂਕਿ ਆਪ ਇਸ ਟੈਲੀ ਤੇ ਆਨੇ ਆ, ਉਸ ਚੀਜ਼ ਨੂੰ ਪਰਖਣ ਲਈ, ਉਹਨੂੰ ਚੀਜ਼ ਨੂੰ ਪ੍ਰਤੱਖ ਰੂਪ ਦੇਣ ਲਈ ਫੋਨ ਕਰਕੇ ਵੀ ਪੁੱਛੀਦਾ ਕੀ ਆ। ਇਹ ਕੋਈ ਸ਼ੱਕ ਨਹੀਂ ਹੈਗੀ ਕਿ 8 ਘੰਟੇ ਉਹ ਕਹਿ ਰਹੇ ਬਿਜਲੀ ਆਉਂਦੀ ਆ, ਪੂਰੀ ਆ ਰਹੀ ਆ। 24 ਘੰਟੇ ਵਿੱਚ ਵੀ ਕਈ ਵਾਰੀ ਕਹਿੰਦੇ ਕੋਈ ਕੱਟ ਨਹੀਂ ਲੱਗਦਾ ਕਈ ਥਾਂ ਤੇ। ਔਰ ਮੈਨੂੰ ਨਹੀਂ ਪਤਾ ਕਿਹੜੀ ਸਾਈਡ ਤੇ ਕਹਿ ਰਿਹਾ ਕਿ ਜਿੱਥੇ ਬਿਜਲੀ ਹਲੇ ਨਹੀਂ ਆਉਂਦੀ। ਔਰ ਉਹਨਾਂ ਨੇ ਇਹ ਕਿਹਾ ਕਿ 80% ਜਿਹੜੀ ਆ ਪੰਜਾਬ ਦੇ ਵਿੱਚ ਹੁਣ ਮਤਲਬ ਬਿਜਲੀ 24 ਆਵਰ ਮਤਲਬ ਚੱਲ ਰਹੀ ਹੈ ਜੀ। ਹਾਂ, ਦੂਸਰੀ ਚੀਜ਼ ਇਹ ਵੀ ਜ਼ਰੂਰ ਆ ਕਿ ਝੋਨੇ ਵਾਲਿਆਂ ਦੀ ਜਿਹੜੀ ਆ, ਕਿਉਂਕਿ ਆਪਣੇ ਕੋਲ ਸਮਾਂ ਏਦਾਂ ਦਾ ਹੁੰਦਾ ਕਿ ਆਪਾਂ ਟੈਲੀ ਦੇ ਉੱਪਰ ਉਸ ਚੀਜ਼ ਦੀ ਕਲਿੱਪ ਤੇ ਦਿਖਾ ਨਹੀਂ ਸਕਦੇ, ਪਰ ਲੇਕਿਨ ਜਿਹੜੇ ਇੰਡੀਵਿਜੂਅਲ ਕਿਸਾਨ ਨੇ ਉਹਨਾਂ ਦੀਆਂ ਮਤਲਬ ਜੇ ਇੰਟਰਵਿਊ ਦੇਖ ਕੇ ਦਿਖਾਈ ਜਾਵੇ ਤੇ ਉਹ ਇਹ ਕਹਿ ਰਹੇ ਨੇ ਕਿ ਸਾਨੂੰ 50 ਸਾਲਾਂ ਦੇ ਵਿੱਚ ਪਹਿਲੀ ਵਾਰ ਆ ਚੀਜ਼ ਹੋਈ ਆ। ਪਹਿਲੀ ਵਾਰ ਅੱਜ ਖਾਲ ਮੈਂ ਦੇਖਿਆ ਕਿ ਵੀ ਪਾਣੀ ਪੱਕੇ ਹੋ ਕੇ ਚੱਲ ਰਹੇ ਨੇ। ਜਿਹੜੇ ਕੋਈ ਕੁਝ ਹੈਗੇ ਜਿਹੜੇ ਉਹ ਆਪਣੇ ਮੇਰੇ ਅਰੋੜੇ ਨੇ ਕਿਹਾ ਕਿ ਵੀ ਅਸੀਂ ਬਹੁਤ ਛੇਤੀ ਉਹ ਵੀ ਪੱਕੇ ਕਰਕੇ ਉਹਨਾਂ ਲਈ ਵੀ ਪਾਣੀ ਆਪਾਂ ਛੇਤੀ ਤੋਂ ਛੇਤੀ ਛੱਡਾਂਗੇ। ਸੋ ਮੇਰੇ ਕਹਿਣ ਦਾ ਮਤਲਬ ਆਪਾਂ ਕਿੰਤੂ ਪ੍ਰੰਤੂ ਕਰਨ ਦੀ ਬਜਾਏ ਇਹ ਦੇਖੀਏ ਕਿ ਐਵਰੇਜ ਲੋਕੀ ਖੁਸ਼ ਨੇ ਤੇ ਖੁਸ਼ ਹੋਏ ਨੇ। ਠੀਕ ਆ, ਓਪੋਜੀਸ਼ਨ ਪਾਰਟੀਆਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਨੇ, ਚੱਲਦੀਆਂ ਨੇ ਤੇ ਚੱਲਦੀਆਂ ਰਹਿਣੀਆਂ ਵੀ, ਤੇ ਓਪੋਜੀਸ਼ਨ ਹੋਣੀ ਵੀ ਜ਼ਰੂਰੀ ਚਾਹੀਦੀ ਆ, ਕਿਉਂਕਿ ਓਪੋਜੀਸ਼ਨ ਤੋਂ ਬਿਨਾਂ ਫਿਰ ਇੱਕ ਪਾਰਟੀ ਤਾਂ ਆਪਣੀਆਂ ਚਮਦੀਆਂ ਚਲਾਉਂਦਾ ਜਾਏਗਾ। ਸੋ ਓਪੋਜੀਸ਼ਨ ਹੋਣੀ ਚਾਹੀਦੀ ਆ, ਪਰ ਲੇਕਿਨ ਹੋਣੀ ਉਸ ਚਾਹੀਦੀ ਆ ਕਿ ਜਿੱਥੇ ਸਹੀ ਤੇ ਸੋਹਣੀ ਗੱਲ ਲੱਗੇ ਉਸ ਚੀਜ਼ ਦੀ ਓਪੋਜੀਸ਼ਨ ਕਰਨੀ ਚਾਹੀਦੀ ਹੈ। ਦੇਖੋ ਤੇ ਲੱਗੇ ਆਪਣੇ ਨਾਲ। ਸਾਹਿਬ ਜੀ, ਤੁਸੀਂ ਜੇ ਵਾਪਸ ਆ ਗਏ ਤਾਂ ਮਾੜਾ ਜਿਹਾ ਮੈਨੂੰ ਆਨਸਰ ਕਰ ਦਿਓ। ਹਾਂਜੀ ਪੀਰ ਮੁਹੰਮਦ ਸਾਹਿਬ, ਮੈਨੂੰ ਲੱਗਦਾ, ਚਲੋ ਬਾੜਾ ਸਾਹਿਬ ਮੈਂ ਇਹ ਨਹੀਂ ਗੱਲ ਕਹਿੰਦਾ, ਆਪਾਂ ਅਨੇਕਾਂ ਪ੍ਰੋਗਰਾਮ ਕੀਤੇ, ਇੰਨੇ ਸਾਲਾਂ 'ਚ ਕੀਤੇ। ਅਕਾਲੀ ਦਲ ਦੀ ਸਰਕਾਰ ਵੀ ਆਈ, ਕਾਂਗਰਸੀ ਸਰਕਾਰ ਵੀ ਆਈ, ਲੇਕਿਨ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਸਿੱਕੇ ਦਾ ਇੱਕ ਪਾਸਾ ਨਾ ਦੇਖੋ, ਦੂਜਾ ਵੀ ਦੇਖੋ। ਲੇਕਿਨ ਜਿੱਦਣ ਦੀ ਇਹ ਸਰਕਾਰ ਆਈ ਉਧਰ ਦਾ ਸਿੱਕੇ ਦਾ ਇੱਕੋ ਹੀ ਪਾਸਾ, ਦੂਜੇ ਬੰਨੇ ਵੀ ਉਹੀ ਆ। ਨਹੀਂ, ਦੇਖੋ ਸਿੱਕੇ ਦੇ ਦੋ ਪਹਿਲੂ ਤੇ ਹੈਗੇ, ਗਿਣੇ ਗਏ ਆ। ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਚੀਜ਼ ਕਿਸੇ ਵੀ, ਜੇ ਹੁਣ ਆਪਾਂ ਕਹੀਏ ਕੋਈ ਘਰ ਦੇ ਵਿੱਚ ਜੇ ਕੋਈ ਆਪਾਂ ਕੰਮ ਛੇੜਿਆ, ਕੋਈ ਕਰਨ ਲੱਗੇ ਆ, ਇੱਕ ਨੂੰ ਛੇੜਿਆ ਤੇ ਦੂਸਰਾ ਨਿਕਲ ਜਾਂਦਾ, ਦੂਸਰਾ ਠੀਕ ਕਰਦੇ ਆ, ਤੀਸਰਾ ਨਿਕਲ ਜਾਂਦਾ। ਕਹਿਣ ਦਾ ਮਤਲਬ ਵੀ ਇੱਕੋ ਦਮ ਨੂੰ ਅਸੀਂ ਘਰ ਨੂੰ ਢਾਹ ਕੇ ਵੀ ਨਹੀਂ ਬਣਾ ਸਕਦੇ ਤੇ ਇੱਕੋ ਟਾਈਮ ਤੇ ਮਤਲਬ ਏਦਾਂ ਹੁਣ ਤੱਕ ਆਪਾਂ ਦੇਖੀਏ ਕਿ ਪੰਜਾਬ ਦੀਆਂ 3 ਪੀੜ੍ਹੀਆਂ ਗਰਕ ਹੋ ਗਈਆਂ ਜੀ। ਮਤਲਬ ਜਵਾਨੀ, ਪੰਜਾਬ ਦੀ ਜਵਾਨੀ ਆ ਜਿਹੜੀ, ਉਹ ਆਪਾਂ ਦੇਖੀਏ ਕਿ ਪਹਿਲਾਂ ਤਾਂ ਪਹਿਲੀ ਹੈ ਕਿ ਪਹਿਲੀ ਪੀੜ੍ਹੀ ਜਿਹੜੀ ਆ ਉਹ ਨਕਲੀ ਮੁਕਾਬਲਿਆਂ ਦੇ ਵਿੱਚ ਹਾਂਜੀ ਮਾਰ ਦਿੱਤੀ ਆ। ਘਰਾਂ ਚੋਂ ਚੱਕ ਕੇ, ਸਕੂਲਾਂ ਚੋਂ ਚੱਕ ਕੇ, ਖੇਤਾਂ ਚੋਂ ਚੱਕ ਕੇ, ਸੁੱਤੇ ਪਿਆਂ ਨੂੰ ਚੱਕ ਕੇ, ਮਤਲਬ ਉਹਨਾਂ ਨੂੰ ਇਹ ਮੁਕਾਬਲੇ ਬਣਾ ਕੇ ਮਾਰ ਦਿੱਤਾ ਤੇ ਉਹਨਾਂ ਨੂੰ ਨਹਿਰਾਂ ਦੇ ਵਿੱਚ ਵੀ ਸਿੱਟਿਆ। ਜਿਹੜੀਆਂ ਨਹਿਰਾਂ ਦੋ ਰਾਜਸਥਾਨ ਨੂੰ ਜਾਂਦੀਆਂ, ਰਾਜਸਥਾਨ ਵਾਲਿਆਂ ਨੇ ਇਸ ਚੀਜ਼ ਦੀ ਕੰਪਲੇਨ ਕੀਤੀ ਸੀ ਵੀ ਤੁਹਾਡੇ ਵੱਲੋਂ ਜੋ ਪਾਣੀ ਦੇ ਵਿੱਚ ਲਾਸ਼ਾਂ ਆ ਰਹੀਆਂ ਨੇ ਉਹ ਜਵਾਨੀ ਦੀਆਂ ਸੀਗੀਆਂ। ਦੂਸਰੀ ਪੀੜ੍ਹੀ ਸਾਡੀ ਜਿਹੜੀਆਂ ਉਹ ਦੇਖਦਿਆਂ ਨਸ਼ੇ ਨੇ, ਚਿੱਟੇ ਨੇ ਮਤਲਬ ਖਾ ਲਈ ਸਾਡੀ, ਸਾਰੇ ਟੀਕੇ ਲਾ ਕੇ ਉਹ ਮਰ ਰਹੀ ਆ। ਘਰਾਂ ਦੇ ਵਿੱਚ ਉਹ ਵੀ ਉਜਾੜਾ ਪੈ ਰਿਹਾ ਜਵਾਨੀ ਨੂੰ, ਅਤੇ ਕੋਲ ਬੈਠ ਕੇ ਟੀਕੇ ਲਵਾ ਰਹੇ ਆ। ਹਾਂਜੀ, ਮਤਲਬ ਇਹ ਨਸ਼ੇ ਤੇ ਵੀ ਕੋਈ ਠੱਲ ਨਹੀਂ ਪਈ ਪਹਿਲੀਆਂ ਸਰਕਾਰਾਂ ਦੀ ਮੈਂ ਗੱਲ ਕਰਦਾ। ਉਹਦਾ ਮੇਰੇ ਕਹਿਣ ਦਾ ਮੈਂ ਪੰਜਾਬ ਦੀ ਗੱਲ ਕਰਦਾ। ਪੰਜਾਬੀ ਕਿੱਥੇ ਤੱਕ, ਸਾਡਾ ਪੰਜਾਬੀਅਤ ਕਿੱਥੇ ਪਿੱਛੇ ਚੱਲ ਗਈ ਆ।
ਤੀਸਰੀ ਜਿਹੜੀ ਆ ਹੁਣ ਜ਼ਮੀਨਾਂ ਵੇਚ ਕੇ ਲੋਕੀ ਜਿੰਨੇ ਯੰਗ ਜਨਰੇਸ਼ਨ ਆ ਉਹ ਬਾਹਰ ਆ ਰਹੀ ਆ, ਬਾਹਰ ਭੇਜ ਰਹੇ, ਭਾਵੇਂ ਉਹ ਝੂਠੇ ਆਪਣੇ ਕਰਕੇ ਆ ਰਹੇ ਨੇ, ਕੋਈ ਸਟੱਡੀ ਦੇ ਬੇਸ ਤੇ ਆ ਰਿਹਾ, ਕੋਈ ਮੈਰਿਜ ਬੇਸ ਤੇ ਆ ਰਿਹਾ, ਜਾਂ ਇੱਥੇ ਆ ਕੇ ਮੈਰਿਜ ਕਰਾ ਰਹੇ ਨੇ, ਜਾਂ ਇੱਥੇ ਆ ਕੇ ਮੈਰਿਜ ਦੇ ਝਾਂਸੇ ਦੇ ਰਹੇ ਨੇ। ਕਿਉਂਕਿ ਜਿਹੜੀਆਂ ਇੱਥੇ ਆ ਕੇ ਵੀ ਕੁੜੀਆਂ ਦੇ ਨਾਲ ਇੰਨਾ ਵੱਡਾ ਸਰੀਰਕ ਹੋ ਰਿਹਾ, ਉਸ ਤੇ ਸਾਨੂੰ ਕੰਟਰੋਲ ਕਰਨ ਦੀ ਲੋੜ ਆ। ਇੱਥੇ ਵੀ ਕੁਝ ਸੰਸਥਾਵਾਂ ਨੇ ਪਹਿਲ ਕਦਮੀ ਕੀਤੀ ਆ, ਜਿਸ ਤਰ੍ਹਾਂ ਹੁਣ ਇੱਕ ਕੁੜੀ ਪ੍ਰੈਗਨੈਂਟ ਸੀਗੀ ਤੇ ਉਹ ਤੇ ਮੌਤ ਹੋਈ ਆ। ਮਾੜਾ ਸਾਹਿਬ ਦੁਆਰੇ ਇਸ ਪਾਸੇ ਨੂੰ ਆਉਣਾ, ਲੇਕਿਨ ਕਿਉਂਕਿ ਜੇ ਕਿੰਨੇ ਮੁੱਦੇ ਤੁਸੀਂ ਮਾਰਿਆ, ਹੁਣ ਮੈਨੂੰ ਲੱਗਦਾ ਆਪਾਂ ਦੋਨੇ ਰਹਿ ਗਏ। ਪੀਰ ਮੁਹੰਮਦ ਸਾਹਿਬ ਦਾ ਵੀ ਲਾਈਨ ਕੱਟੀ ਗਈ, ਕਾਲਾ ਸਾਹਿਬ ਵੀ ਫਰੀਜ ਹੋ ਕੇ ਬੈਠੇ ਨੇ। ਸੋ ਹੁਣ ਮੈਨੂੰ ਲੱਗਦਾ ਆਪਾਂ ਦੋਨੇ ਜਿਹੜੀ ਗੱਲ ਕਰ, ਨੰਬਰ 1 ਜਿਹੜੀ ਚਿੱਟੇ ਦੀ ਗੱਲ ਆ, ਚਿੱਟਾ ਸਾਡੀ ਵੀ ਬੰਦ ਨਹੀਂ ਹੋਇਆ। ਅਗਲਿਆਂ ਨੇ ਪਿੰਡਾਂ ਦੇ ਵਿੱਚ, ਪਿੰਡਾਂ 'ਚ ਲੋਕਾਂ ਨੇ, ਮੈਂ ਨਹੀਂ ਕਹਿੰਦਾ, ਟੈਲੀਵਿਜ਼ਨ ਵਾਲੇ ਜਾ ਕੇ ਦਿਖਾ ਲਏ ਕਿ ਭਗਵੰਤ ਮਾਨ ਜੀ ਆਹ ਦੇਖੋ, ਅਗਲਿਆਂ ਨੇ ਲਿਖ ਕੇ ਲਾਇਆ ਚਿੱਟਾ ਇਸ ਪਾਸੇ ਮਿਲਦਾ। ਪਿੰਡਾਂ ਵਾਲਿਆਂ ਨੇ ਕੰਪਲੇਨਾਂ ਕੀਤੀਆਂ, ਚਿੱਟਾ ਫੇਰ ਵਿਕੀ ਜਾਂਦਾ। ਜਿਹੜਾ ਹੁਣ ਨਵਾਂ ਮੁੱਦਾ ਢਿੱਲੋਂ ਗਰੁੱਪ ਦੇ ਨਾਲ ਰਲ ਕੇ, ਮੈਨੂੰ MLA ਦਾ ਨਾਂ ਮੇਰੇ ਦਿਮਾਗ ਚੋਂ ਨਿਕਲ ਗਿਆ, ਮੈਂ ਸਵੇਰ ਦਾ ਚੇਤੇ ਕਰੀ ਜਾਂਦਾ ਵੀ ਉਹਦਾ ਨਾਂ ਲੈਣਾ। 500 ਖੱਤੇ ਤੇ ਕਬਜ਼ਾ ਕਰ ਲਿਆ। ਤੀਜੀ ਗੱਲ ਜਿਹੜੀ ਤੁਸੀਂ ਕਹਿੰਦੇ ਕਿ ਅਧਿਆਪਕ ਪੱਕੇ ਕੀਤੇ, ਮੈਂ ਵੀ ਦੇਖਿਆ, ਟੈਲੀਵਿਜ਼ਨ ਤੇ ਵੀ ਆਇਆ, ਪੇਪਰਾਂ 'ਚ ਵੀ ਆਇਆ। ਭਗਵੰਤ ਮਾਨ ਜਿਹੜੀਆਂ ਟੀਚਰ ਬੁੜੀਆਂ ਆ ਉਹਨਾਂ ਦਾ ਮੂੰਹ ਮਿੱਠਾ ਕਰਾਉਂਦਾ, ਆਪ ਉਹਨਾਂ ਦੇ ਮੂੰਹ 'ਚ ਬਰਫੀ ਪਾ ਕੇ, ਲੇਕਿਨ ਜਿਹੜੇ ਟੀਚਰ ਵਿਚਾਰੇ ਸਾਈਡ ਤੇ ਬੈਠੇ ਉਹਨਾਂ ਨੂੰ ਫੜਾਉਂਦਾ, ਲਿਆ ਤੁਸੀਂ ਵੀ ਖਾ ਲਓ। ਲੇਕਿਨ ਮੈਂ ਨਹੀਂ ਕਹਿੰਦਾ, ਲੱਖੇ ਸਿਧਾਣੇ ਨੇ ਚੈਲੰਜ ਕੀਤਾ ਭਗਵੰਤ ਮਾਨ ਨੂੰ ਕਿ ਤੂੰ ਗਿਆ 2900 ਭਰਤੀ ਜਿਹੜੀ ਟੀਚਰਾਂ ਦੀ ਕੀਤੀ ਪੱਕੇ ਕਰਤੇ। ਉਹ ਕਹਿੰਦਾ ਮੈਨੂੰ ਪ੍ਰੂਫ ਦੇ ਦੇ, ਜੇ ਤੂੰ ਪ੍ਰੂਫ ਦੇ ਦੋ ਮੇਰਾ ਗਲ ਪੱਟ ਦਿਓ। ਇਹ ਉਹਨੇ ਲਾਈਵ ਹੋ ਕੇ ਕਿਹਾ, ਹਨਾ। ਹੁਣ ਦੱਸੋ ਤੁਸੀਂ, ਪੰਜਾਬ ਦੇ ਵਿੱਚ ਵੱਸਦੇ ਲੋਕ, ਜਿੱਦਾਂ ਤੁਸੀਂ ਕਿਹਾ ਕਿ ਲੋਕੀ ਸਿਫਤਾਂ ਕਰਦੇ, ਮੈਂ ਵੀ ਮੰਨਦਾ, ਕਿਉਂਕਿ ਉੱਥੇ ਲੱਖਾਂ ਕਰੋੜਾਂ ਆਬਾਦੀ ਵਾਲਾ ਪੰਜਾਬ ਦਾ ਸੂਬਾ, ਉਹਦੇ ਵਿੱਚ ਹਰ ਕੋਈ ਭਗਵੰਤ ਮਾਨ ਦਾ ਚੇਲਾ ਨਹੀਂ, ਹਰ ਕੋਈ ਕਾਂਗਰਸ ਦਾ ਉਪਾਸ਼ਕ ਨਹੀਂ, ਹਰ ਕੋਈ ਅਕਾਲੀ ਦਲ ਨੂੰ ਪਿਆਰ ਕਰਨ ਵਾਲਾ ਨਹੀਂ। ਹਰ ਕੋਈ ਆਪੋ ਆਪਣੇ ਹਿਸਾਬ ਨਾਲ, ਆਪੋ ਆਪਣੇ ਰੱਬ ਨੂੰ ਮੰਨਣ ਵਾਲਾ ਉੱਥੇ ਬੈਠਾ। ਜੇ ਆਪਾਂ ਸਾਰਿਆਂ ਨੂੰ ਕਹੀਏ ਕਿ ਤੁਸੀਂ ਬਾਬੇ ਨਾਨਕ ਨੂੰ ਹੀ ਮੰਨੋ, ਤਾਂ ਅਗਲੇ ਕਹਿੰਦੇ ਭਾਈ ਅਸੀਂ ਜੀਸਸ ਨੂੰ ਮੰਨਦੇ ਆ, ਅਸੀਂ ਪੀਰ ਨੂੰ ਮੰਨਦੇ ਆ, ਅਸੀਂ ਫਲਾਣੇ ਨੂੰ ਮੰਨਦੇ ਆ। ਕਿਸੇ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ। ਲੇਕਿਨ ਜਿਹੜੀਆਂ ਗੱਲਾਂ ਕਿ ਤੁਸੀਂ ਬਿਆਨਬਾਜ਼ੀ ਕਰਕੇ ਲੁਕਾਉਣ ਦੀ ਗੱਲ ਕਰਦੇ ਆ, ਜੇ ਉਹਦੀ ਗੱਲ ਨੂੰ ਕਿਉਂ ਨਹੀਂ ਉਛਾਲਿਆ ਜਾਂਦਾ ਕਿ ਭਾਈ ਪੰਜਾਬ ਦਾ ਹੈਲੀਕਾਪਟਰ ਆ, ਪੰਜਾਬ ਦੇ ਰਾਜਪਾਲ ਨੂੰ ਤਾਂ ਲਿਜਾਣ ਤੋਂ ਰੋਕਤਾ ਕਿ ਤੂੰ ਨਹੀਂ ਇਸ 'ਚ ਸਵਾਰੀ ਕਰ ਸਕਦਾ, ਹਾਲਾਂਕਿ ਉਹਦਾ ਹੱਕ ਬਣਦਾ ਕਿਉਂਕਿ ਉਹ ਪੰਜਾਬ ਦਾ ਰਾਜਪਾਲ ਆ। ਉਸ ਜਹਾਜ਼ ਵਿੱਚ ਬਹਿ ਕੇ ਰਾਘਵ ਚੱਡਾ ਇਲੈਕਸ਼ਨ ਤੇ ਜਾ ਸਕਦਾ, ਗੁਜਰਾਤ ਦੀ ਹੋਈ, ਮੱਧ ਪ੍ਰਦੇਸ਼ ਦੀ ਹੋਈ, ਕਰਨਾਟਕ ਦੀ ਹੋਈ, ਉਹਦੇ ਵਿੱਚ ਰਾਘਵ ਚੱਡਾ ਜਾਂ ਕੇਜਰੀਵਾਲ ਪੰਜਾਬ ਦੇ ਜਹਾਜ਼ 'ਚ ਜਾ ਸਕਦੇ। ਉਹਦੇ ਬਾਰੇ ਕੀ ਖਿਆਲ ਆ, ਉਹ ਜਾਣਾ ਚਾਹੀਦਾ ਕਿ ਨਹੀਂ? ਦੇਖੋ, ਜਿਹੜੇ ਜਦੋਂ ਆਪਾਂ ਗੱਲ ਕਰਦੇ ਨੇ ਜੀ, ਜਦੋਂ ਅਕਾਲੀ ਸਰਕਾਰ ਸੀ, ਜਦੋਂ ਇਹਨਾਂ ਦੇ ਨਾਲ ਗੱਠਜੋੜ ਸੀ BJP ਨਾਲ, ਉਦੋਂ ਇਹਨਾਂ ਨੂੰ ਜਿੰਨੇ ਵੀ ਹੁਕਮ ਜਿੱਥੇ ਵੀ ਜਾਂਦੇ ਸੀ, ਜਦੋਂ ਵੀ ਕਰਦੇ ਸੀਗੇ, ਇਹ ਸਾਰੇ ਰਲ ਕੇ ਕਰਦੇ ਸੀ, ਦਿੱਲੀ ਦੇ ਹੁਕਮ ਨੂੰ ਹੀ ਮੰਨਦੇ ਸੀਗੇ। ਓਕੇ, ਦੂਸਰੀ ਚੀਜ਼ ਆ, ਜਦੋਂ ਕਾਂਗਰਸ ਸਰਕਾਰ ਆਈ ਆ, ਕਾਂਗਰਸ ਸਰਕਾਰ ਦੇ ਕੈਪਟਨ ਦੇ ਵੀ ਜਿਹੜੇ ਭਾਵੇਂ ਉਹ ਸੋਨੀਆ ਤੇ ਜਿਹੜਾ ਰਾਹੁਲ ਗਾਂਧੀ ਆ, ਉਹ ਭਾਵੇਂ ਕਿਸੇ ਵੀ ਅਹੁਦੇ ਦੇ ਉੱਪਰ ਨਹੀਂ ਤਾਂ ਇੰਨੇ, ਪਰ ਲੇਕਿਨ ਉਹ ਆਪਣੀ ਉਸ ਪਾਰਟੀ ਦੇ ਅਹੁਦੇਦਾਰ ਸੀਗੇ, ਉਹ ਵੀ ਉਹਨਾਂ ਨੂੰ ਉੱਥੇ ਪੁੱਛ ਕੇ ਜਾਂਦੇ ਸੀ, ਪੁੱਛ ਕੇ ਆਉਂਦੇ ਸੀਗੇ। ਈਵਨ ਕਿ ਸਿੱਧੂ ਵੀ, ਨਵਜੋਤ ਸਿੰਘ ਸਿੱਧੂ ਵੀ ਜਾਂਦਾ ਰਿਹਾ, ਹੋਰ ਵੀ ਬੜੇ ਜਿੰਨੇ ਵੀ ਲੀਡਰ ਜਾ ਕੇ ਉੱਥੋਂ ਸਲਾਹ ਲੈ ਕੇ ਆਉਂਦੇ ਰਹੇ। ਓਕੇ, ਦੂਸਰੀ ਚੀਜ਼, ਤੀਸਰੀ ਜਿਹੜੀ ਚੀਜ਼ ਆ ਕਿ ਇਹ ਪਾਰਟੀ ਹੁਣ ਜਿਹੜੀ ਉੱਠੀ ਆ, ਉਸ ਪਾਰਟੀ ਨੇ ਬਾਕੀ ਸਟੇਟ ਦੇ ਵਿੱਚ ਜਾ ਕੇ ਵੀ ਆਪਣਾ ਮਤਲਬ ਦਿਖਾਲਣਾ, ਦੱਸਣਾ ਕਿ ਇਹ ਪਾਰਟੀ ਕੀ ਆ, ਕੀ ਕਰ ਰਹੀ ਆ। ਉਹਦੇ ਵਿੱਚ ਲਈ ਜਾਣ ਲਈ ਕੁਛ ਨਾ ਕੁਛ, ਮੈਂ ਨਹੀਂ ਇਹ ਤਾਂ ਜਹਾਜ਼ 'ਚ ਜਾਣਾ, ਹੈਲੀਕਾਪਟਰ 'ਚ ਜਾਣਾ, ਇਹ ਤਾਂ ਟਾਈਮ ਸੇਵਿੰਗ ਆ, ਰੋਡ ਤੇ ਜਾਣ ਨਾਲ ਕੁਛ ਹੈਪਨ ਵੀ ਹੋ ਸਕਦਾ। ਪਰ ਚੀਜ਼ ਇਹ ਆ ਕਿ ਇਹਦੇ ਵਿੱਚ ਸਾਰਿਆਂ ਦੀ ਸਲਾਹ ਨਾਲ ਹੀ ਹੋਣਾ ਚਾਹੀਦਾ, ਜਿੱਦਾਂ ਪਿੱਛੇ ਹੁੰਦਾ ਰਿਹਾ। ਦੂਸਰੀ ਜਿਹੜੀ ਗੱਲ ਹੈ ਕਿ ਤੁਸੀਂ ਕਹਿੰਦੇ ਕਿ ਰਾਜਪਾਲ ਜਿੱਥੇ ਵੀ ਇਸ ਟਾਈਮ ਰਾਜਪਾਲ ਲੱਗੇ ਹੋਏ ਨੇ, ਭਾਵੇਂ ਉਹ ਉੱਥੇ ਓਪੋਜੀਸ਼ਨ ਸਰਕਾਰ ਦੇ CM ਨੇ, ਕਿਤੇ ਵੀ ਉੱਥੇ ਸਾਰੇ ਇਹ BJP ਨੇ ਹੀ ਆਪਣੇ ਗਵਰਨਰ, ਇਹ ਰਾਜਪਾਲ ਲਾਇਓ ਨੇ, ਜਿਹੜੀ ਕਿ ਉਹਨਾਂ ਦੇ ਇੱਕ ਸੂਈਆ ਨੇ, ਉਹਨਾਂ ਦੇ ਇੱਕ ਇਹ ਸਲਾਹਕਾਰ ਨੇ, ਉਹਨਾਂ ਦੇ ਇੱਕ ਸਲਾਈ ਪੁਣਾ ਕਰਨ ਲਈ ਗੱਪੇ ਲਾਏ ਹੋਏ ਨੇ ਕਿ ਵੀ ਇਹ ਸਾਨੂੰ ਇੱਥੇ ਦੀ ਇਨਫੋਰਮੇਸ਼ਨ ਸਾਰੀ ਹੁੰਦੀ ਰਹੇ, ਜੇ ਕੋਈ ਵੱਧ ਘੱਟ ਕਰਨਗੇ ਉਹਦੇ ਵਿੱਚ ਅੜਿੱਕਾ ਬਣਨ ਦੇ ਲਈ। ਨਹੀਂ ਬਾੜਾ ਸਾਹਿਬ, ਰਾਜਪਾਲ ਕਿਉਂਕਿ ਪਹਿਲਾਂ ਬਾਹਲਾ ਸਮਾਂ ਕੇਂਦਰ ਵਿੱਚ ਕਾਂਗਰਸੀ ਸਰਕਾਰ, ਜਿਹਦੀ ਕੇਂਦਰ ਵਿੱਚ ਸਰਕਾਰ ਆ,
ਰਾਜਪਾਲ ਹਾਂ। ਉਸੇ ਪਾਰਟੀ ਨੇ ਹੋਣਾ। ਅੱਜ ਬੀਜੇਪੀ ਦੀ ਸਰਕਾਰ ਆ, ਕੱਲ ਨੂੰ ਕਿਸੇ ਹੋਰ ਪਾਰਟੀ ਦੀ ਆ ਜੂਗੀ, ਰਾਜਪਾਲ ਤੇ ਉਹਨਾਂ ਨੇ ਆਪਣਾ ਹੀ ਲਾਉਣਾ। ਜਿਹੜੀ ਵੀ ਸਰਕਾਰ ਆ ਗਈ, ਉਹਨਾਂ ਜਿੱਥੇ ਉਹਨਾਂ ਦੀ ਪਾਰਟੀ ਦੇ ਵਿਰੋਧੀ ਰਾਜਪਾਲ ਆ, ਉਹਨਾਂ ਨੇ ਉੱਥੋਂ ਹਟਾ ਕੇ ਆਪਣੇ ਬੰਦੇ ਲਾਉਣੇ। ਇਹ ਕੋਈ ਨਵੀਂ ਗੱਲ ਨਹੀਂ। ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਪੁੱਛੀ ਸੀ, ਇਹ ਪੁੱਛੀ ਸੀ ਕਿ ਪੰਜਾਬ ਦਾ ਜਹਾਜ਼ ਪੰਜਾਬ 'ਚ ਜਿੱਥੇ ਮਰਜ਼ੀ ਲਿਜਾਓ, ਪੰਜਾਬ 'ਚ ਕੇਜਰੀਵਾਲ ਆਵੇ, ਰਾਘਵ ਚੱਡਾ ਆਵੇ, ਉਹਨੂੰ ਚੰਡੀਗੜ੍ਹੋਂ ਚੱਕੋ, ਤੁਸੀਂ ਗੁਰਦਾਸਪੁਰ ਲੈ ਜਾਓ। ਪੰਜਾਬ ਦਾ ਜਹਾਜ਼ ਕਰਨਾਟਕ ਦੀ ਇਲੈਕਸ਼ਨ ਵਿੱਚ ਕੀ ਕਰਦਾ ਸੀ, ਮੱਧ ਪ੍ਰਦੇਸ਼ ਦੀ ਇਲੈਕਸ਼ਨ 'ਚ ਕੀ ਕਰਦਾ ਸੀ? ਮੈਂ ਤਾਂ ਉਹ ਪੁੱਛਿਆ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਆਮ ਆਦਮੀ ਸਰਕਾਰ ਤੀਜੀ ਵਾਰੀ ਬਣ ਗਈ, ਉਹ ਆਪਣਾ ਹੈਲੀਕਾਪਟਰ ਕਿਉਂ ਨਹੀਂ ਲਿਜਾਂਦੇ? ਨਹੀਂ ਦੇਖੋ, ਇਹਦੇ ਬਾਰੇ ਮਤਲਬ ਮੈਂ ਆਪਣੇ ਮੇਰੇ ਕਮੈਂਟ ਮੇਰੇ ਹੈ ਨਹੀਂ ਕਿਸ ਚੀਜ਼ ਦੇ ਕਿ ਵੀ ਉਹ ਆਪਣਾ ਕਿਉਂ ਨਹੀਂ ਜਾਂਦੇ। ਪਰ ਜਿਹੜੀ ਮੈਂ ਗੱਲ ਤੁਹਾਨੂੰ ਦੱਸੀ ਆ ਕਿ ਟਾਈਮ ਸੇਵਿੰਗ ਲਈ ਵੀ ਜੇ ਉਹਨੇ ਉੱਥੋਂ ਜਾਣਾ ਆ, ਕਿਉਂਕਿ ਜੇ ਰਾਘਵ ਚੱਡਾ ਪੰਜਾਬ ਦਾ ਉਹ MP ਵੀ ਆ, ਤੇ ਉਹਦੇ ਹਿਸਾਬ ਨਾਲ ਜੇ ਉਹਨਾਂ ਨੂੰ ਜਾਣਾ ਵੀ ਪਵੇ ਤਾਂ ਉਹ ਜਾ ਸਕਦੇ ਆ। ਬਾਕੀ ਤੀਸਰਾ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਵੀ ਦਿੱਲੀ ਤੋਂ ਕੇਜਰੀਵਾਲ ਨੇ ਵੀ ਜਾਣਾ ਹੋਵੇ ਤਾਂ ਦੂਸਰੀਆਂ ਸਟੇਟਾਂ ਦੇ ਵਿੱਚ ਆਪਣੀ ਪਾਰਟੀ ਦਾ ਜਿਹੜਾ ਹੈਗਾ ਕਿ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਉਹ ਜਾ ਸਕਦੇ, ਉੱਥੇ ਦੇ ਲੋਕਾਂ ਨੂੰ ਦੱਸਣ ਲਈ ਕਰਨ ਤਾਂ ਕੋਈ ਤਾਂ ਸਟੈਪ ਚੱਕਣਾ ਪਏਗਾ ਹੀ, ਕਿਉਂਕਿ ਇਹ ਤਾਂ ਨਹੀਂ ਕਿ ਜੇ ਦਿੱਲੀ ਬਣ ਗਈ ਜਾਂ ਪੰਜਾਬ 'ਚ ਬਣ ਗਈ ਤਾਂ ਉੱਥੇ ਤੱਕ ਹੀ ਸੀਮਿਤ ਰਹਿ ਜਾਣੀ ਆ ਜੀ। ਕਿਉਂਕਿ ਉਹਨਾਂ ਨੇ ਆਪਣਾ ਪ੍ਰਚਾਰ ਕਰਨ ਲਈ ਕਿਤੇ ਵੀ ਜਾਣਾ, ਤੇ ਭਾਵੇਂ ਇਲੈਕਸ਼ਨ ਦੇ ਦਿਨਾਂ 'ਚ ਜਾਣਾ ਪਵੇ ਤਾਂ ਇਹ ਤਾਂ ਦੱਸਣ ਲਈ ਜਾਣਾ ਪੈਣਾ ਹੀ ਆ, ਪੈਂਦਾ ਹੀ ਆ। ਬਾਕੀ ਜਿਹੜੀ ਚੀਜ਼ਾਂ ਤੇ ਆਪਣਾ ਜੇ ਮੁੜ ਕੇ ਆਈਏ ਵੀ ਜਿਹੜਾ ਪੰਜਾਬ ਦੇ ਮੁੱਦੇ ਦੀ ਗੱਲ ਆ ਕਿ ਆਪਣੀ ਜਿਹੜਾ PTC ਦੀ ਹੁਣ ਜਿਹੜਾ ਪਿੱਛੇ ਇਜਲਾਸ ਸੱਦਿਆ ਸੀ, ਇਜਲਾਸ ਦੇ ਵਿੱਚ ਤੁਸੀਂ ਇਹ ਦੇਖੋ ਕਿ ਹੁਣ ਇਜਲਾਸ ਸੱਦਿਆ, ਉਸ ਦੇ ਵਿੱਚ ਵੀ ਚੈਨਲ ਦੀ ਗੱਲ ਕੋਈ ਨਹੀਂ ਹੋਈ ਕਿ ਅਸੀਂ ਕੀ ਕਰਾਂਗੇ, ਸਾਨੂੰ ਕਰਨਾ ਚਾਹੀਦਾ ਆ। ਪਰ ਲੇਕਿਨ ਸਿਰਫ ਇੱਕ ਚੀਜ਼ ਤੇ ਮੁੱਦੇ ਤੇ ਵੀ ਭਗਵੰਤ ਮਾਨ ਸਿੰਘ ਨਹੀਂ ਹੈ, ਉਹ ਸਿੱਖ ਨਹੀਂ ਹੈ, ਉਹਨੂੰ ਅਸੀਂ ਬਾਈਕਾਟ ਕਰਦੇ, ਉਹ ਸਿੰਘ ਨਹੀਂ ਲਾਉਂਦਾ ਨਾਲ, ਹਾਂਜੀ ਉਹਨੂੰ ਸਿੰਘ ਨਾ ਕਹੋ। ਮਤਲਬ ਕਹਿਣ ਦਾ ਕੋਈ PTC ਤੇ ਇਸ਼ੂ ਕੋਈ ਨਹੀਂ ਕੀਤਾ। ਹਾਂ, ਦੂਸਰੀ ਚੀਜ਼ ਇਹ ਆ ਜ਼ਰੂਰ ਬਾੜਾ ਸਾਹਿਬ ਪੀਰ ਮੁਹੰਮਦ ਸਾਹਿਬ ਵੀ ਕਹਿ ਕੇ ਗਿਆ, ਜਨਰਲ ਸਕੱਤਰ ਅਕਾਲੀ ਦਲ ਦੇ, ਇਹ ਮਤਾ ਪਾਸ ਹੋਇਆ ਕਿ ਜਿਹੜਾ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਖੋਲ, ਉਹਦੇ ਲਈ ਤੁਹਾਨੂੰ ਲਾਇਸੈਂਸ ਲੈਣੇ ਪੈਂਦੇ, ਉਹਦੇ ਲਈ ਪਰਮਿਸ਼ਨਾਂ ਲੈਣੀਆਂ ਪੈਂਦੀਆਂ, ਉਹ ਜਿਹੜਾ ਸਮਾਂ ਲੱਗਣਾ। ਅੱਜ ਮੈਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਸਾਡਾ ਪ੍ਰੋਗਰਾਮ ਵੇਖ ਰਹੇ ਸੀ, ਲੇਕਿਨ ਵਿੱਚ ਹੀ ਸਾਡਾ ਪ੍ਰੋਗਰਾਮ ਕੱਟ ਹੋ ਗਿਆ ਕਿਸੇ ਕਾਰਨ ਕਰਕੇ। ਸਾਡੇ ਨਾਲ ਮੇਰੇ ਨਾਲ ਜੋ ਸਰੋਤੇ ਜੁੜੇ ਸਨ, ਜਿਹੜੇ ਨੇ ਆਪਣੇ ਵਿਊ ਦੇਣੇ ਸੀ, ਜੇ ਪੰਜਾਬ ਦੀ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੁੜੇ ਸਨ, ਉੱਥੇ ਗੁਰਦੁਆਰਾ ਬਾਬੇ ਕੇ ਤੋਂ ਸਰਦਾਰ ਜਸਵਿੰਦਰ ਸਿੰਘ ਜੀ ਕਾਲਾ ਜੁੜੇ ਸੀ, ਤੇ ਉੱਥੇ ਹੀ ਸਰਦਾਰ ਧਨਵੰਤ ਸਿੰਘ ਜੀ ਬਾੜਾ ਜੋ ਹੁਣ ਵੀ ਮੇਰੇ ਨਾਲ ਮੌਜੂਦ ਨੇ। ਲੇਕਿਨ ਕਿਉਂਕਿ ਸਿੱਖ ਚੈਨਲ ਇਸੇ ਕਰਕੇ ਤੁਹਾਡੀ ਕਚਹਿਰੀ 'ਚ ਹਮੇਸ਼ਾ ਸੰਗਤਾਂ ਦੀ ਚਾਹੁੰਦਾ ਕਿ ਇਹਦੀਆਂ ਮਸ਼ੀਨਾਂ ਨਵੀਆਂ ਲੈਣੀਆਂ ਪੈਂਦੀਆਂ, ਇਹਦੇ ਲਈ ਆਹ ਕਰਨਾ ਪੈਂਦਾ, ਇਹਦੇ ਖਰਚੇ ਬੜੇ ਆ, ਤੇ ਤੁਹਾਡੀ ਤਿਲ ਫੁੱਲ ਪਟਾਵਾਂ ਨਾਲ ਹੀ ਸਾਰਾ ਕੁਝ ਨੇਪਰੇ ਚੜ੍ਹਦਾ। ਸੋ ਇਸੇ ਕਰਕੇ ਅੱਜ ਸਾਡਾ ਜੋ ਪ੍ਰੋਗਰਾਮ ਸੀ ਉਹਦੇ ਵਿੱਚ ਮਸ਼ੀਨ ਕ੍ਰੈਸ਼ ਹੋਣ ਕਰਕੇ ਅਸੀਂ ਇਦੋਂ ਗਾਂਹ ਪ੍ਰੋਗਰਾਮ ਨਹੀਂ ਕਰ ਸਕਦੇ। ਲੇਕਿਨ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ ਕਿ ਜੋ ਸਾਡਾ ਹਜੇ 20 ਮਿੰਟ ਦਾ ਪ੍ਰੋਗਰਾਮ ਰਹਿੰਦਾ ਸੀ, ਉਹ ਸਾਨੂੰ ਇੱਥੇ ਸਮਾਪਤ ਕਰਨਾ ਪੈਣਾ। ਮੈਂ ਚਾਹੁੰਦਾ ਬਾੜਾ ਸਾਹਿਬ, ਅਖੀਰ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਕ ਤਾਂ ਮਸ਼ੀਨ ਆਪਣੀ ਕ੍ਰੈਸ਼ ਹੋ ਗਈ, ਤੇ ਬਾਕੀ ਜੋ ਤੁਸੀਂ ਅੱਧੇ ਕੁ ਮਿੰਟ ਵਿੱਚ, ਮਿੰਟ ਖੰਡ 'ਚ। ਮੈਂ ਉਹੀ ਗੱਲ ਕਹਿਣਾ ਚਾਹਾਂਗਾ ਵੀ ਪਹਿਲਾਂ ਤਾਂ ਆਪਾਂ ਸਮੂਹ ਦਰਸ਼ਕਾਂ ਤੋਂ ਇਸ ਚੀਜ਼ ਦੀ ਮਾਫੀ ਮੰਗਦੇ ਹਾਂ, ਚਾਹੇ ਸਿੱਖ ਚੈਨਲ ਵੱਲੋਂ, ਅਤੇ ਸੈਕੰਡਲੀ ਦੂਸਰੀ ਚੀਜ਼ ਇਹੀ ਆ, ਇਸ ਚੀਜ਼ ਦੀ ਆਪਾਂ ਪੁਰਜ਼ੋਰ ਨਿਖੇਧੀ ਕਰਦੇ ਹਾਂ ਕਿ ਵੀ ਕੋਈ ਵੀ ਰਾਜਨੀਤੀ ਆਪਣੇ ਧਰਮ ਦੇ ਵਿੱਚ ਇੰਟਰਫੀਅਰ ਨਾ ਕਰੇ, ਕਿਉਂਕਿ ਸਾਡੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ, ਜਦ ਤੋਂ ਇਹ ਆਪਣੇ ਸਿਰਾਂ ਦੇ ਮੁੱਲ ਦੇ ਕੇ ਉਤਾਰੀ ਆ, ਬਣਾਈ ਆ, ਇਹਨੂੰ ਹੁਣ ਆਪਾਂ ਇਹਦੇ ਵਿੱਚ ਕਿਤੇ ਹੋਰ ਨੂੰ ਖਲਜਗਨ ਪਾਣ ਨਹੀਂ ਦੇਣਾ। ਤੇ ਇਹ ਭਗਵੰਤ ਮਾਨ ਦੀ ਜਿਹੜੀ ਇਸ ਵਿੱਚ ਇੰਟਰਫੀਅਰੈਂਸ, ਉਹਦੀ ਵੀ ਨਿਖੇਧੀ ਕਰਦੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਸ ਤੋਂ ਸੋਹਣਾ ਪ੍ਰੋਗਰਾਮ ਵੱਧ ਚੜ ਕੇ ਤੇ ਵੱਡੇ ਇਸ਼ੂ ਤੇ ਲੈ ਕੇ ਆਪਾਂ ਰੂਬਰੂ ਹੋਵਾਂਗੇ। ਸੋ ਇੱਥੇ ਹੀ ਮੈਂ ਆਪਣੀ ਸਮਾਪਤੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਬਾੜਾ ਸਾਹਿਬ ਤੁਹਾਡਾ ਧੰਨਵਾਦੀ ਆ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਇਹ ਗੱਲ ਮੈਂ ਹੀ ਨਹੀਂ ਕਹਿੰਦਾ, ਇਹ ਗੱਲ ਸਿੱਖੀ ਨੂੰ ਪਿਆਰ ਕਰਨ ਵਾਲਾ ਹਰ ਕੋਈ ਕਹਿੰਦਾ। ਸਰਕਾਰਾਂ ਆਉਂਦੀਆਂ ਰਹਿੰਦੀਆਂ, ਜੇ ਅੱਜ ਭਗਵੰਤ ਮਾਨ ਆਇਆ, ਕੱਲ ਨੂੰ ਕੋਈ ਹੋਰ ਆ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਬਾੜਾ ਸਾਹਿਬ ਨੇ ਕਿਹਾ ਕਿ ਸਿਰਾਂ ਦੇ ਮੁੱਲ ਪਵਾ ਕੇ ਇਹ ਬਣਾਈ ਸੀ, ਉਹ ਵੀ ਅੰਗਰੇਜ਼ਾਂ ਵੇਲੇ 1925 ਦੀ ਬਣੀ ਹੋਈ ਇਹ,
ਤੇ ਲੇਕਿਨ ਅੱਜ ਤੱਕ ਚੱਲਦੀ, ਅੱਜ ਤੱਕ ਕਿਸੇ ਨੇ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਕੇਂਦਰ ਸਰਕਾਰ ਨੇ ਕੀਤੀ ਸੀ, ਲੇਕਿਨ ਜਿਹੜੇ ਵਿੱਚ ਉਹਦੇ ਸੋਧਾਂ ਕੀਤੀਆਂ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜਲਾਸ ਨੇ ਕੀਤੀਆਂ ਸੀਗੀਆਂ। ਆਉਣ ਵਾਲੇ ਸਮੇਂ 'ਚ ਵੀ ਹੋਣਗੀਆਂ, ਕਿਉਂਕਿ ਸਮੇਂ-ਸਮੇਂ ਤੇ ਗਤੀਵਿਧੀਆਂ ਚੇਂਜ ਹੁੰਦੀਆਂ ਨੇ ਤੇ ਉਸ ਹਿਸਾਬ ਨਾਲ ਸਾਰਾ ਸਿਸਟਮ ਚੱਲਦਾ। ਪਰ ਜਦੋਂ ਤੀਜਾ ਬੰਦਾ ਆਣ ਕੇ ਕਵੇ ਤੇ ਉਦੋਂ ਹਿਰਦੇ ਬਲੂੰਦਰੇ ਜਾਂਦੇ। ਇਸੇ ਕਰਕੇ ਚਾਹੇ ਕਿਸੇ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਬਣਦੀ, ਚਾਹੇ ਕਿਸੇ ਜਥੇ ਦੀ ਨਹੀਂ ਬਣਦੀ, ਚਾਹੇ ਕਿਸੇ ਗਰੁੱਪ ਦੀ ਨਹੀਂ ਬਣਦੀ, ਲੇਕਿਨ ਇਸ ਮੁੱਦੇ ਤੇ ਹਰ ਇੱਕ ਨੇ ਗੱਲ ਕਹੀ ਹੈ ਕਿ ਅਸੀਂ ਨਿਖੇਧੀ ਕਰਦੇ ਕਿ ਉਹਨਾਂ ਨੂੰ ਇਸ ਪਾਸੇ ਦਖਲਅੰਦਾਜ਼ੀ ਨਹੀਂ ਸੀ ਕਰਨੀ ਚਾਹੀਦੀ। ਦੂਸਰੀ ਗੱਲ ਮੈਂ ਕਰਦਾ ਜਾਵਾਂ ਕਿ ਜੋ ਤੁਸੀਂ ਪੰਜਾਬ ਦੀ ਧਰਤੀ ਤੇ ਵੱਸਦੇ ਹੋ, ਠੀਕ ਹੋ, ਜਿਹੜਾ ਮੀਡੀਆ ਦਾ ਯੁੱਗ ਆ, ਇਸ ਕਰਕੇ ਜੋ ਮੀਡੀਆ ਕੇਜਰੀਵਾਲ ਹੋਣਾ ਨੇ, ਜੇ ਆਪਾਂ ਕਹੀਏ ਮੋਦੀ ਹੋਣਾ ਨੇ ਖਰੀਦਾ ਤੇ ਕੇਜਰੀਵਾਲ ਹੋਣੀ ਵੀ ਘੱਟ ਨਹੀਂ, ਉਹਨਾਂ ਨੇ ਵੀ ਮੀਡੀਆ ਤੇ ਪੂਰੀ ਠੱਲ ਪਾਈ ਆ। ਤੁਸੀਂ ਦੇਖ ਸਕਦੇ ਸੀ ਪਿੱਛੇ ਜਿਹੇ 2-3 ਦਿਨ ਦੀ ਗੱਲ ਆ, ਸੁਖਜਿੰਦਰ ਸਿੰਘ ਜੀ ਰੰਧਾਵੇ ਨੇ ਕਿਸ ਤਰ੍ਹਾਂ ਇੱਕ ਟੈਲੀਵਿਜ਼ਨ ਵਾਲੇ ਨੂੰ ਜਲੀਲ ਕਰਕੇ ਇਹ ਕਹਿ ਕੇ ਉਹਦੇ ਮੂੰਹ ਤੇ ਕਿ ਤੁਸੀਂ ਬਕਾਊ ਆ, ਤੁਸੀਂ ਵਿਕ ਗਏ ਆ, ਇਸ ਕਰਕੇ ਮੇਰੀ ਗੱਡੀ 'ਚ ਉਤਰ ਜਾ, ਗੱਡੀ 'ਚ ਉਤਾਰ ਦਿੱਤਾ। ਇਹ ਮੈਂ ਨਹੀਂ ਕਹਿੰਦਾ, ਤੁਸੀਂ ਸਾਰਿਆਂ ਲਾਈਵ ਵੇਖਿਆ। ਸੋ ਅਖੀਰ ਤੇ ਮੈਂ ਫਿਰ ਅੱਜ ਟੈਕਨੀਕਲ ਪ੍ਰੋਬਲਮ ਕਰਕੇ ਅਸੀਂ ਆਪਣੀ ਇੱਥੇ ਸਮਾਪਤੀ ਕਰਦੇ ਹਾਂ, ਕਿਉਂਕਿ ਸਾਡੇ 2 ਵੀਰ ਇਸੇ ਕਰਕੇ ਸਾਡੇ ਨਾਲੋਂ ਕੱਟ ਹੋ ਗਏ। ਸੋ ਮੈਂ ਤੇ ਬੜਾ ਸਾਹਿਬ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ। ਅਗਲੇ ਹਫਤੇ ਤੁਹਾਡੇ ਲਈ ਵਧੀਆ ਪ੍ਰੋਗਰਾਮ ਲੈ ਕੇ ਆਈਏ, ਇਹੀ ਉਮੀਦ ਰੱਖਦੇ ਹਾਂ। ਸੋ ਮੈਂ ਰੀਣੀ ਹਾਂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਹਮੇਸ਼ਾ ਸਿੱਖ ਚੈਨਲ ਨੂੰ ਸਹਿਯੋਗ ਦਿੱਤਾ। ਮੇਰੇ ਵੱਲੋਂ ਤੇ ਮੇਰੀ ਟੀਮ ਖਾਸ ਕਰ ਬਾੜਾ ਸਾਹਿਬ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਮੈਨੂੰ ਅਤੇ ਬਾੜਾ ਸਾਹਿਬ ਨੂੰ ਦੋ ਇਜਾਜ਼ਤ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।